ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ, ਕਿਉਂਕਿ ਬਹੁਮਤ ਆ ਉਹਨਾਂ ਕੋਲ 2/3 ਤੋਂ ਵੀ ਵੱਧ ਬਹੁਮਤ ਹੈ। ਬੀਜੇਪੀ ਵਾਲੇ ਹੀ ਇਹਨੇ ਮੇਰੇ ਖਿਆਲ 63 ਇਹਨਾਂ ਕੋਲ ਨੇ। ਕਿਸਾਨਾਂ ਦੇ ਮੰਚ ਤੇ ਉੱਤੇ ਵੀ ਉਹ ਕਿਸੇ ਨੂੰ ਚੜ੍ਹਨ ਨਹੀਂ ਦਿੱਤਾ। ਜੇ ਕੋਈ ਬੋਲ ਕੇ ਆਇਆ ਤਾਂ ਅਰਵਿੰਦ ਕੇਜਰੀਵਾਲ ਹੀ ਬੋਲ ਕੇ ਆਇਆ ਸਿੰਘੂ ਬਾਰਡਰ ਦੇ ਉੱਤੇ। ਪਹਿਲਾਂ ਇਹਨਾਂ ਨੇ ਕਾਲੇ ਕਾਨੂੰਨ ਪਾੜੇ ਸੀ। ਕੇਜਰੀਵਾਲ ਸਾਹਿਬ ਨੇ ਵਿਧਾਨ ਸਭਾ ਦਾ ਸੈਸ਼ਨ ਇੱਕ ਸਰਦੀ ਜੀ ਦੇ ਵਿੱਚ ਬੁਲਾਇਆ ਸੀ, ਉਸ ਦੇ ਵਿੱਚ ਉਹ ਖੇਤੀ ਕਾਨੂੰਨ ਪਾੜਤੇ ਸੀ, ਜਿਹਦਾ ਲੋਕਾਂ ਨੇ ਕਿਹਾ ਸੀ ਜੀ ਇਹ ਤਾਂ ਮਤਲਬ ਸ਼ਾਇਦ ਹਮਾਇਤ ਨਾ ਕਰਨੀ ਹੋਵੇ, ਦੋਗਲੀ ਨੀਤੀ ਤੇ ਚੱਲ ਰਹੇ ਨੇ। ਚਲੋ ਸਾਹਿਬ, ਇਹ ਨਹੀਂ ਲੱਗਦਾ ਕਿ ਕਿਸਾਨਾਂ ਦੀ ਤਾਕਤ ਸਮਝਾਉਣ ਲੱਗ ਗਈ ਆ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਵੀ? ਉਹ ਦਾਅਵਾ ਕਰਦੇ ਆ ਕਿ ਜਦੋਂ ਸਾਤੋਂ ਜਿਹੜੇ ਖੇਡ ਸਟੇਡੀਅਮ ਸੀ ਓਪਨ ਜੇਲ੍ਹ ਬਣਾਉਣ ਵਾਸਤੇ ਆਗਿਆ ਮੰਗੀ ਸੀ, ਅਸੀਂ ਨਹੀਂ ਦਿੱਤੀ। ਇਸ ਕਰਕੇ ਕਿਸਾਨਾਂ ਨੂੰ ਲੱਗਿਆ ਜੇ ਉਹ ਆਗਿਆ ਦੇ ਦਿੰਦੇ ਤਾਂ ਇਹਨਾਂ ਨੇ ਸਾਰੇ ਕਿਸਾਨਾਂ ਨੂੰ ਸਟੇਡੀਅਮਾਂ ਦੇ ਵਿੱਚ ਡੱਕ ਦੇਣਾ ਸੀ। ਘੱਗਰ ਹਮੇਸ਼ਾ ਹਰ ਵਾਰ ਨੁਕਸਾਨ ਕਰਦਾ ਹੈ ਤੇ ਹਰ ਵਾਰ ਵੱਡੇ ਵੱਡੇ ਐਲਾਨ ਹੁੰਦੇ ਨੇ, ਭਾਵੇਂ ਉਹ ਪ੍ਰਗਟ ਸਿੰਘ ਹੈ, ਭਾਵੇਂ ਰਾਜਾ ਵੜਿੰਗਾ, ਉਹ ਕਹਿੰਦੇ ਵੀ ਜੋ ਕਰਨਗੇ ਸੋ ਭਰਨਗੇ। ਜਿੰਨੀਆਂ ਜਲ ਨਿਕਾਸੀਆਂ ਸੀ ਉਹ ਸਾਰੀ ਦੀਆਂ ਸਾਰੀਆਂ ਭਰ, ਉਹਨਾਂ ਦਾ ਪਾਣੀ ਜਾਊਗਾ ਕਿੱਥੇ? ਤੁਸੀਂ ਆਪਣੇ ਸ਼ਹਿਰ 'ਚ ਦੇਖੋ ਕਿੰਨੀਆਂ ਨਿਕਾਸੀਆਂ ਸੀ, ਕੋਈ ਨਿਕਾਸੀ ਹੈਗੀ ਅੱਜ? 2 ਸਾਲ ਪਹਿਲਾਂ ਰੋਪੜ ਵਾਲੀ ਸਾਈਡ ਤੇ ਹੜ੍ਹ ਆਏ ਸੀ, ਉਹ ਪਹਿਲਾਂ ਉੱਥੋਂ ਵਾਲੀਆਂ ਖੁੱਲ੍ਹ ਗਈਆਂ। ਇਹ ਉਦੋਂ ਜਾ ਕੇ ਡੀਸੀ ਇੱਕ ਐਂ ਜੇ ਉਂਗਲ ਕਰਕੇ ਫੋਟੋ ਖਿਚਾਏ ਆਉਂਦੇ ਨੇ। 20 ਸਾਲਾਂ ਤੋਂ ਅਸੀਂ ਦੇਖਦੇ ਹਾਂ, ਜਦੋਂ ਤੋਂ ਦਫ਼ਤਰ ਬਾਹਰ ਕੱਢ ਦਿੱਤੇ, ਪਹਿਲਾਂ ਕਿਲੇ ਦੇ ਵਿੱਚ ਦਫ਼ਤਰ ਹੁੰਦੇ ਸੀ, ਕੈਪਟਨ ਸਾਹਿਬ ਵੇਲੇ ਕੱਢੇ ਸੀ ਉਹ ਜੀ 2002 ਚ। 1993 ਦੇ ਵਿੱਚ ਜਦੋਂ ਹੜ੍ਹ ਵੱਡੀ ਪੱਧਰ ਤੇ ਆਏ ਸੀ ਤਾਂ ਨੱਥ ਚੂੜਾ ਵੀ ਵੱਡੀ ਨਦੀ ਦੇ ਵਿੱਚ ਕੈਪਟਨ ਸਾਹਿਬ ਤੋਂ ਦਬਾਇਆ ਗਿਆ ਸੀ। ਜੇ ਤੁਸੀਂ ਆਪਣੇ ਪੁਰਖਿਆਂ ਦੀਆਂ ਨਿਸ਼ਾਨੀਆਂ ਤੋਂ ਮੁੱਖ ਮੋੜ ਜਾਓਗੇ ਤਾਂ ਪੰਜਾਬ ਦਾ ਤਾਂ ਰੱਬ ਰੱਖ ਹੈਗਾ। ਸੋ ਜਿਹੜੇ ਆ ਕਮਾਂਡੋ ਦੇ ਵਿੱਚ ਵੀ ਆਈਜੀ ਜਾਂ ਡੀਜੀਪੀ ਲੱਗੇ ਹੋਏ ਨੇ, 15-15 ਜਿਪਸੀਆਂ ਉਹਨਾਂ ਨਾਲ ਤੁਰੀਆਂ ਫਿਰਦੀਆਂ ਨੇ। ਦੇਸ਼ ਦੀ ਆਜ਼ਾਦੀ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਵੀ ਤੁਹਾਡੇ ਖਿਲਾਫ ਝੰਡਾ ਚੱਕ ਕੇ ਬੈਠੇ ਨੇ। ਇਹਦਾ ਮਤਲਬ ਤੁਹਾਨੂੰ ਵਿਚਾਰਨਾ ਚਾਹੀਦਾ ਤੁਹਾਡੀ ਸਰਕਾਰ ਚਲਾਉਣ ਦੇ ਵਿੱਚ ਕਿੱਥੇ ਖੋਟ ਹੈ। ਜਿਸ ਤਰੀਕੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਵਿਧਾਇਕਾਂ ਦੇ ਨਾਲ, ਤੇ ਉਹਦੇ 'ਚ ਮੰਗ ਬੜੀ ਵੱਡੀ ਉੱਠ ਰਹੀ ਹੈ ਮੰਤਰੀ ਸਾਧੂ ਸਿੰਘ ਧਰਮਸੋਤ ਹੋਰਾਂ ਦੇ ਖਿਲਾਫ, ਕਿਉਂਕਿ ਧਰਮਸੋਤ ਹੋਣਾ ਦਾ ਗ੍ਰਾਫ ਨਵਜੋਤ ਸਿੱਧੂ ਧੜਾ ਡਾਊਨ ਕਰਨਾ ਚਾਹ ਰਿਹਾ ਆ, ਅਮਰਿੰਦਰ ਸਿੰਘ ਹੋਣਾ ਦਾ ਧੜਾ ਕੁਝ ਬੋਲ ਨਹੀਂ ਰਿਹਾ। ਖਬਰ ਤੋੜ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਰਦਾਰ ਜਸਪਾਲ ਸਿੰਘ ਢਿੱਲੋਂ ਜਿਹੜੇ ਉੱਘੇ ਪੱਤਰਕਾਰ ਨੇ, ਪੰਜਾਬ ਦੇ ਉੱਤੇ ਪਕੜ ਰੱਖਦੇ ਨੇ, ਪੰਜਾਬੀ ਖਬਰਾਂ ਦੇ ਉੱਤੇ ਪਕੜ ਰੱਖਦੇ ਨੇ ਤੇ ਖਬਰਾਂ ਨੂੰ ਤੋੜਨ ਮਰੋੜਨ ਦਾ ਕੰਮ ਵੀ ਕਰਦੇ ਨੇ ਇਹ। ਸੋ ਜਸਪਾਲ ਸਿੰਘ ਢਿੱਲੋਂ ਹੋਣਾ ਦਾ ਸਵਾਗਤ ਹੈ। ਸ਼ੁਕਰੀਆ ਅਰਵਿੰਦਰ ਜੀ, ਬਹੁਤ-ਬਹੁਤ ਮਿਹਰਬਾਨੀ। ਨਾਮ ਤੁਸੀਂ ਬੜਾ ਵਧੀਆ ਲੱਭਿਆ, ਇਹ ਖਬਰ ਤੋੜ, ਤੇ ਖਬਰਾਂ ਤੋੜਨੀਆਂ ਪੈਣਗੀਆਂ ਹੀ ਜੀ। ਤੇ ਢਿੱਲੋਂ ਸਾਹਿਬ, ਖਬਰ ਤੋੜ ਦੀ ਜਿੱਤੇ ਗੱਲ ਆਉਂਦੀ ਹੈ, ਕਾਂਗਰਸ ਦੋ ਫੜ ਹੋਈ ਆ। ਹਾਲਾਂਕਿ ਹਾਈ ਕਮਾਂਡ ਕਹੀ ਜਾਂਦੀ ਆ ਕਿ ਕਾਂਗਰਸ ਦੇ ਵਿੱਚ ਕੋਈ ਦੋ ਫਾੜ ਨਹੀਂ ਹੈ, ਪਰ ਨਵਜੋਤ ਸਿੰਘ ਸਿੱਧੂ ਹੋਣੀ ਫਤਿਹਗੜ੍ਹ ਸਾਹਿਬ ਜਾਂਦੇ ਆ, ਸ਼ਹੀਦ ਊਧਮ ਸਿੰਘ ਹੋਣਾ ਨੂੰ ਪ੍ਰਣਾਮ ਕਰਨ, ਤੇ ਉਧਰੋਂ ਕੈਪਟਨ ਅਮਰਿੰਦਰ ਸਿੰਘ ਹੋਣੀ ਸੁਨਾਮ ਜਾਂਦੇ ਨੇ। ਵਿਜੇਂਦਰ ਸਿੰਗਲਾ ਜਿਹੜੇ ਸਿੱਖਿਆ ਮੰਤਰੀ ਨੇ, ਸੰਗਰੂਰ ਤੋਂ MLA ਨੇ ਉਹ, ਤੇ ਉਹ ਵੀ ਉੱਥੇ ਉਹਨਾਂ ਦੇ ਨਾਲ ਦਿਖਦੇ ਨੇ। ਹੋਰ ਪਾਰਟੀ ਦੇ ਕਈ ਉੱਘੇ ਨੇਤਾ ਉੱਥੇ ਪਹੁੰਚਦੇ ਨੇ। ਦੂਜੇ ਪਾਸੇ ਨਵਜੋਤ ਸਿੱਧੂ ਆਪਣਾ ਬਿਗਲ ਵਜਾਉਂਦੇ ਨੇ। ਕੀ ਸਮਝਿਆ ਜਾਵੇ ਜੀ? ਅਰਵਿੰਦਰ ਜੀ, ਚਾਹੀਦਾ ਤਾਂ ਇਹ ਹੈ ਕਿ ਸਾਰਾ ਪ੍ਰੋਗਰਾਮ ਇੱਕ ਥਾਂ ਤੇ ਬੈਠ ਕੇ ਬਣਾਇਆ ਜਾਵੇ। ਜਿਹੜੇ ਸ਼ਹੀਦ ਊਧਮ ਸਿੰਘ ਦਾ ਅਸਲ ਤਾਂ ਜਨਮ ਸਥਾਨ ਸੁਨਾਮ ਹੈ। ਕਾਂਗਰਸ ਦੀ ਸਰਕਾਰ ਚੱਲ ਰਹੀ ਹੈ, ਨਵਜੋਤ ਸਿੰਘ ਸਿੱਧੂ ਹੋਰੀ ਪ੍ਰਧਾਨ ਹੈ। ਇਹ ਸਮਾਗਮ ਵਾਰ-ਵਾਰ ਨਹੀਂ ਆਉਂਦੇ, ਪੂਰੇ ਸਾਲ ਦੇ ਵਿੱਚ ਇਸ ਤਰ੍ਹਾਂ ਦੇ 10-12 ਸਮਾਗਮ ਹੈ ਜਿੱਥੇ ਇਕਜੁੱਟਤਾ ਦਿਖਾਈ ਜਾਣੀ ਚਾਹੀਦੀ ਸੀ। ਜਿਸ ਇਕਜੁੱਟਤਾ ਦਿਖਾਈ ਜਾਵੇ ਤਾਂ ਉਹਦਾ ਪ੍ਰਭਾਵ ਹੋਰ ਜਾਂਦਾ ਹੈ। ਹੁਣ ਅਮਰਿੰਦਰ ਸਿੰਘ ਹੋਰੀ ਵੀ ਮੇਰਾ ਖਿਆਲ ਬੜੇ ਲੰਬੇ ਸਮੇਂ ਤੋਂ ਬਾਅਦ ਇਹ ਸਮਾਗਮ ਦੇ ਵਿੱਚ ਗਏ ਨੇ। ਪਹਿਲਾਂ ਇਹ ਪ੍ਰੋਗਰਾਮ ਜਿਹੜਾ ਸੀ ਉਹ ਵਰਚੁਅਲ ਐਲਾਨਿਆ ਗਿਆ ਸੀ ਕਿ ਮੁੱਖ ਮੰਤਰੀ ਸਾਹਿਬ ਉੱਥੋਂ ਬੈਠ ਕੇ ਚੰਡੀਗੜ੍ਹ ਤੋਂ ਹੀ ਵਰਚੁਅਲ ਕਰਨਗੇ, ਪਰ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਤੇ ਕਾਂਗਰਸ ਵਿੱਚ ਥੋੜ੍ਹੀ ਜਿਹੀ ਸਰਗਰਮੀ ਸ਼ੁਰੂ ਹੋਈ ਹੈ ਤਾਂ ਕੈਪਟਨ ਸਾਹਿਬ ਨੇ ਵੀ ਇਹ ਕਿਹਾ ਕਿ ਮੈਂ ਇਹ ਪ੍ਰੋਗਰਾਮ ਦੇ ਵਿੱਚ ਆਪ ਜਾਵਾਂਗਾ। ਇਹ ਜਿਹੜਾ ਉੱਥੇ ਉਦਘਾਟਨ ਕੀਤਾ ਗਿਆ ਅੱਜ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਦੇ ਵਿੱਚ 4 ਕਿੱਲਿਆਂ ਦੇ ਵਿੱਚ ਉਹ ਬਣੀ ਹੈ, ਉਹਦੇ ਵਿੱਚ ਕਾਫੀ ਕੁਛ ਹੈ। ਸੋ ਇਹ ਨੀਂਹ ਪੱਥਰ ਇਹਦਾ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਰੱਖਿਆ ਸੀ ਜਦੋਂ ਉਹ ਮੁੱਖ ਮੰਤਰੀ ਹੁੰਦੇ ਸੀ। ਹਾਂਜੀ, ਉਹਨਾਂ ਨੇ ਰੱਖਿਆ ਸੀ। ਔਰ ਮੈਨੂੰ ਯਾਦ ਆ ਉਦੋਂ ਸਾਰੇ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਇਹ ਸਾਰੇ ਜਿੰਨੇ ਵੀ ਅਕਾਲੀ ਆਗੂ ਸੀ ਉਸ ਵੇਲੇ ਉੱਥੇ ਪਹੁੰਚੇ ਸਨ। ਵੈਸੇ ਮੈਂ ਇਸ ਗੱਲ ਤੇ ਚੰਗੀ ਗੱਲ ਹੈ ਕਿ ਜੇ ਉਹਨਾਂ ਨੇ ਨੀਂਹ ਪੱਥਰ ਰੱਖਿਆ ਸੀ, ਘੱਟੋ ਘੱਟ ਇਹਨਾਂ ਨੇ ਸਿਰੇ ਲਾਤਾ। ਅਦਰਵਾਈਜ਼ ਜਦੋਂ ਯਾਦ ਹੋਣਾ ਤੁਹਾਨੂੰ, ਪਹਿਲਾਂ ਕੈਪਟਨ ਸਾਹਿਬ ਸ਼ਹੀਦ ਊਧਮ ਸਿੰਘ ਦੇ ਸਮਾਗਮ ਦੇ ਵਿੱਚ ਗਏ ਸਨ ਪਿਛਲੀ ਸਰਕਾਰ ਦੇ ਵਿੱਚ, ਕੁਝ ਉੱਥੇ ਵਾਅਦੇ ਕਰਕੇ ਆਏ ਸੀ। ਉਹਨਾਂ ਦੇ ਪਰਿਵਾਰ ਦੇ ਕੁਝ ਬੰਦਿਆਂ ਦੀਆਂ ਮੰਗਾਂ ਹੈਗੀਆਂ ਨੇ।
ਵੀ ਸਾਡੇ ਪਰਿਵਾਰ ਨੂੰ ਉਹ ਮਾਨ ਸਨਮਾਨ ਨਹੀਂ ਮਿਲਿਆ ਜਿਹੜਾ ਮਿਲਿਆ ਜਾਣਾ ਚਾਹੀਦਾ ਸੀ। ਉਹਨਾਂ ਦੀਆਂ ਕੁਝ ਇਹ ਵੀ ਮੰਗਾਂ ਨੇ ਕਿ ਪਰਿਵਾਰ ਦੀ ਕੋਈ ਫਾਈਨੈਂਸ਼ੀਅਲ ਮਦਦ ਵੀ ਕੀਤੀ ਜਾਵੇ, ਜਿਹੜੀ ਕਿਸੇ ਸਰਕਾਰ ਨੇ ਸਿਆਸਤ ਉਹਨਾਂ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕਰਦੇ ਆ, ਪਰ ਉਹਨਾਂ ਦੀਆਂ ਉਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੇ ਮਤਲਬ ਸਮਾਗਮ ਭਾਵੇਂ ਛੋਟਾ ਰੱਖਿਆ, ਉਹਨਾਂ ਨੇ ਕਿਹਾ ਵੀ ਕਰੋਨਾ ਕਰਕੇ ਅਸੀਂ ਜਿਹੜੀ ਹਾਜ਼ਰੀ ਹੈ ਲੋਕਾਂ ਦੀ ਹਾਜ਼ਰੀ ਵੀ ਉਹ ਸੀਮਤ ਰੱਖੀ ਹੈ, ਪਰ ਚੋਣਾਂ ਦੇ ਵਿੱਚ ਜਦੋਂ ਬਿਗਲ ਵੱਜਦੇ ਨੇ ਜਾਂ ਕਾਂਗਰਸ ਪ੍ਰਧਾਨ ਅਹੁਦਾ ਸੰਭਾਲਦੇ ਨੇ ਉਦੋਂ ਇਹ ਸਾਰਾ ਕੁਝ ਜਿਹੜੀ ਕੋਵਿਡ ਦੀ ਸ਼ਰਤਾਂ ਭੁੱਲ ਜਾਂਦੇ ਨੇ। ਇਹਦੇ ਤੇ ਪਰਚਾ ਵੀ ਦਰਜ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਕਿ ਤੁਸੀਂ ਕੋਵਿਡ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਪਹਿਲਾਂ ਦੇਸ਼ ਦਾ ਪ੍ਰਧਾਨ ਮੰਤਰੀ ਵੀ ਨਹੀਂ ਹਟਦਾ, ਜਦੋਂ ਉਹ ਪੱਛਮੀ ਬੰਗਾਲ ਚੋਣਾਂ ਦੇ ਵਿੱਚ ਜਾਂਦੇ ਸੀ ਤਾਂ 50-50 ਹਜ਼ਾਰ ਦੀਆਂ ਰੈਲੀਆਂ ਨੂੰ ਐਡਰੈਸ ਕਰਦੇ ਸੀ। ਦੇਖੋ ਜਿਹੜੀ ਵੀ ਕੋਈ ਪਾਬੰਦੀ ਹੈ ਜਾਂ ਦੂਜੀ ਹੈ, ਜਿਵੇਂ ਪੁਰਾਣੀਆਂ ਸਾਡੀਆਂ ਮਾਈਆਂ ਜਦੋਂ ਵੀ ਵਿਹੜੇ ਸਾਫ਼ ਕਰਦੀਆਂ ਸੀ ਉਹ ਪਹਿਲਾਂ ਬਨੇਰੇ ਸਾਫ਼ ਕਰਦੀਆਂ ਹੁੰਦੀਆਂ ਸੀ ਤਾਂ ਕਿ ਬਨੇਰੇ ਦਾ ਗੰਦ ਬਾਜ਼ਾਰਾਂ ਥੱਲੇ ਵਿਹੜਿਆਂ ਦੇ ਵਿੱਚ ਨਾ ਆ ਜਾਵੇ। ਜਦੋਂ ਵੀ ਕੋਈ ਸੁਧਾਰ ਹੋਣਾ ਇਹ ਉੱਪਰਲੇ ਪੱਧਰ ਤੇ ਹੋਣਾ। ਦੂਜੀ ਤੁਸੀਂ ਜਿਹੜੀ ਗੱਲ ਕੀਤੀ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਕੁਲਜੀਤ ਸਿੰਘ ਨਾਗਰਾ, ਕਈ ਵਿਧਾਇਕ ਉੱਥੇ ਵੀ ਸੀ, ਉਹਨਾਂ ਨੇ ਸ਼ਰਧਾਂਜਲੀ ਦਾ ਪ੍ਰੋਗਰਾਮ ਇੱਥੇ ਰੱਖਿਆ। ਪਰ ਅਜੇ ਵੀ ਲੋਕਾਂ ਦੇ ਵਿੱਚ ਇਹ ਚਰਚਾ ਜਾ ਰਹੀ ਹੈ ਕਿ ਕਾਂਗਰਸ ਦੇ ਵਿੱਚ ਸ਼ਕਤੀ ਦੇ ਦੋ ਕੇਂਦਰ ਬਣ ਗਏ ਨੇ, ਇੱਕ ਕੈਪਟਨ ਅਮਰਿੰਦਰ ਸਿੰਘ ਵੱਲ, ਦੂਜਾ ਨਵਜੋਤ ਸਿੰਘ ਸਿੱਧੂ ਵੱਲ। ਪਰ ਬਹੁ ਗਿਣਤੀ ਵਿਧਾਇਕਾਂ ਦਾ ਜਿਹੜਾ ਇਕੱਠ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਹੁੰਦਾ ਹੈਗਾ। ਇੱਕ ਸੀਮਤ ਲੋਕ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਕਿਉਂਕਿ ਸਿੱਖਿਆ ਮੰਤਰੀ ਉਸੇ ਜ਼ਿਲ੍ਹੇ ਤੋਂ ਜਿੱਤੇ ਹੋਏ ਨੇ, ਇਸ ਕਰਕੇ ਉਹਨਾਂ ਨੇ ਤਾਂ ਉੱਥੇ ਹੋਣਾ ਹੀ ਸੀ। ਤੇ ਲੋਕ ਨਿਰਮਾਣ ਵਿਭਾਗ ਨੇ ਇਹ ਸਾਰਾ ਬਣਾਇਆ, ਉਹਨਾਂ ਦੇ ਉਹਦੇ ਵਿੱਚ ਪੁਰਾਤੱਤਵ ਵਿਭਾਗ ਦਾ ਵੀ ਕੁਝ ਯੋਗਦਾਨ ਹੈ। ਸੋ ਕੀ ਕੁਝ ਇਹਨਾਂ ਨੇ ਉੱਥੇ ਰੱਖਿਆ ਹੈਗਾ। ਯਾਦਗਾਰਾਂ ਅਰਵਿੰਦਰ ਜੀ ਬਣ ਜਾਂਦੀਆਂ ਨੇ, ਉਹਨਾਂ ਨੂੰ ਸਾਂਭ ਸੰਭਾਲ ਵਾਸਤੇ ਕੋਈ ਬਜਟ ਅਲਾਟ ਨਹੀਂ ਹੁੰਦਾ। ਤੁਸੀਂ ਦੇਖਿਓ 2 ਸਾਲਾਂ ਬਾਅਦ ਇਸੇ ਯਾਦਗਾਰ ਦੀਆਂ ਤਸਵੀਰਾਂ ਲੋਕਾਂ ਨੇ ਖਿੱਚ ਕੇ ਪਾਉਣੀਆਂ ਨੇ ਵੀ ਆਹ ਸ਼ਹੀਦ ਦੀ ਯਾਦਗਾਰ ਹੈ। ਜੇ ਹੁਣ ਕੈਪਟਨ ਸਾਹਿਬ ਨੇ ਉੱਥੇ ਨੀਂਹ ਪੱਥਰ ਰੱਖਿਆ, ਉਹ ਕਿਰਪਾ ਕਰਕੇ ਇਹਦੇ ਨਾਲ ਇਹਦੇ ਸਾਂਭ ਸੰਭਾਲ ਵਾਲਾ ਬੰਦੋਬਸਤ ਵੀ ਕਰਵਾ ਦੇਣ। ਸਾਂਭ ਸੰਭਾਲ ਤਾਂ ਢਿੱਲੋਂ ਸਾਹਿਬ ਇਹ ਹਾਲਾਤ ਨੇ ਕਿ ਜਦੋਂ ਨਵਜੋਤ ਸਿੰਘ ਸਿੱਧੂ ਹੋਣੀ ਮੰਤਰੀ ਬਣੇ ਸੀਗੇ ਤਾਂ ਨਵਜੋਤ ਸਿੰਘ ਸਿੱਧੂ ਨੇ ਪਟਿਆਲੇ ਕਿਲੇ ਦੇ ਵਿੱਚ, ਮੈਨੂੰ ਯਾਦ ਹੈ, ਦੌਰੇ ਕੀਤੇ ਤੇ ਗ੍ਰਾਂਟਾਂ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪਟਿਆਲਾ ਦੇ ਕਿਲਾ ਮੁਬਾਰਕ ਨੂੰ ਸੰਭਾਲਿਆ ਜਾਵੇ, ਉਹਦੇ ਆਲੇ ਦੁਆਲੇ ਹੈਰੀਟੇਜ ਸਟਰੀਟ ਬਣਾਈ ਜਾਵੇ, ਪਰ ਉਹ ਵੀ ਵਿੱਚ ਵਿਚਾਲੀ ਰਹਿ ਗਿਆ। ਸ਼ਾਇਦ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਤੁਸੀਂ ਇਸ ਗੱਲ ਤੇ ਠੀਕ ਹੋ। ਇਹਦੇ ਨਾਲ ਹੀ ਢਿੱਲੋਂ ਸਾਹਿਬ ਜਦੋਂ ਉਹ ਹੈਰੀਟੇਜ ਦੀ ਵੈਸੇ ਬਣ ਰਹੀ ਹੈ ਪਟਿਆਲੇ 'ਚ, ਬਣ ਰਹੀ ਹੈ ਪਰ ਉਹਦੀ ਰਫ਼ਤਾਰ ਘੱਟ ਹੈ। ਢਿੱਲੋਂ ਸਾਹਿਬ ਕਿਲੇ ਦੀ ਸਾਂਭ ਸੰਭਾਲ ਜਿਹੜੀ ਪਿਛਲੇ ਤਕਰੀਬਨ 20 ਸਾਲਾਂ ਤੋਂ ਅਸੀਂ ਦੇਖਦੇ ਹਾਂ, ਜਦੋਂ ਤੋਂ ਦਫ਼ਤਰ ਬਾਹਰ ਕੱਢ ਦਿੱਤੇ, ਪਹਿਲਾਂ ਕਿਲੇ ਦੇ ਵਿੱਚ ਦਫ਼ਤਰ ਹੁੰਦੇ ਸੀ, ਕੈਪਟਨ ਸਾਹਿਬ ਵੇਲੇ ਕੱਢੇ ਸੀ ਉਹ 2002 ਚ ਜੀ। ਤੇ ਜਦੋਂ ਦੇ 20 ਸਾਲਾਂ ਦੇ ਜਦੋਂ ਦਫ਼ਤਰ ਬਾਹਰ ਕੱਢੇ ਗਏ ਨੇ, ਉਸ ਤੋਂ ਬਾਅਦ ਕਿਲੇ ਦੀ ਸਾਂਭ ਸੰਭਾਲ ਨਹੀਂ ਹੋ ਰਹੀ। ਯਾਨੀ ਕਿ 20 ਸਾਲਾਂ 'ਚ ਇੱਕ ਕਿਲਾ ਪੰਜਾਬ ਸਰਕਾਰ ਤੋਂ, ਚਾਹੇ ਕੋਈ ਸਰਕਾਰ ਰਹੀ ਹੋ, ਮੈਂ ਕਹਿੰਦਾ ਅਕਾਲੀ ਆ, ਕਾਂਗਰਸੀ ਆ, ਨਵਜੋਤ ਸਿੱਧੂ ਕਲਚਰਲ ਮੰਤਰੀ ਬਣ ਗਏ, ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਉਹ ਸਾਂਭ ਸੰਭਾਲ ਨਹੀਂ ਹੋ ਸਕੀ। ਟੋਡਰਮਲ ਦੀ ਹਵੇਲੀ ਫਤਿਹਗੜ੍ਹ ਸਾਹਿਬ, ਉਹਨੂੰ ਵੀ 20 ਸਾਲ ਹੋ ਗਏ ਸੁਣਦਿਆਂ ਨੂੰ ਜੀ। ਇਹਨੂੰ ਕਦੇ ਪੁਰਾਤੱਤਵ ਵਿਭਾਗ ਸਾਂਭ ਰਿਹਾ, ਕਦੇ ਕੋਈ ਵਿਭਾਗ ਸਾਂਭਦਾ ਆ, ਕਦੇ ਕੋਈ NGO ਨੇ ਉਹਦਾ ਸਾਂਭ ਸੰਭਾਲ ਦਾ ਜ਼ਿੰਮਾ ਲੈ ਲਿਆ, ਪਰ ਉਹ ਜਿਉਂ ਦੀ ਤਿਉਂ ਹੀ ਹੈ। 20 ਸਾਲ ਸਾਂਭ ਸੰਭਾਲ ਨੂੰ ਲੱਗ ਜਾਣ। ਤੁਸੀਂ ਇਹ ਸੋਚੋ 19 ਚ ਤਾਂ ਨਵਾਂ ਕਿਲਾ ਬਣ ਕੇ ਤਿਆਰ ਹੋ ਜਾਏ ਜੇ 20 ਸਾਲ ਹੋ। ਇਹ ਦੇਖੋ ਨਾ, ਸੌਦਾ ਸਾਹਿਬ ਦੀ ਮਾਫੀ ਤੇ ਤਾਂ 91 ਲੱਖ ਦੇ ਇਸ਼ਤਿਹਾਰ ਗੁਰੂ ਦੀ ਗੋਲਕ ਦਾ ਖਰਚ ਕੀਤਾ ਜਾ ਸਕਦਾ। ਜਿਸ ਬੰਦੇ ਨੇ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਬਚਾਉਣ ਵਾਸਤੇ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦੀ ਸੀ, ਤਾਂ ਦੀਵਾਨ ਟੋਡਰਮਲ ਉਸ ਵੇਲੇ ਬਹੁਤ ਅਮੀਰ ਬੰਦਾ ਹੋਣਾ ਹੈ। ਉਹਦੇ ਨਾਲ ਜੋ ਕੁਝ ਕੀਤਾ ਤੁਹਾਡੇ ਸਾਹਮਣੇ ਹੈ। ਤੁਸੀਂ ਕਿਲੇ ਦੀ ਗੱਲ ਕੀਤੀ ਹੈ, ਜੇ ਕੈਪਟਨ ਅਮਰਿੰਦਰ ਸਿੰਘ ਸ਼ਾਹੀ ਆਪ ਦਾ ਪਰਿਵਾਰ ਤੇ ਉਹਦੇ ਨਾਲ ਪਿਛੋਕੜ ਸਮਝਦੇ ਆ, ਇਹਨਾਂ ਨੂੰ ਗੁਰੂ 6ਵੇਂ ਪਾਤਸ਼ਾਹ ਵੱਲੋਂ ਵਰ ਮਿਲਿਆ ਸੀ, ਤੇਰਾ ਕਰ ਮੇਰਾ ਅਸ ਹੈ। ਉਹ ਬਾਬਾ ਆਲਾ ਸਿੰਘ ਢਵਾਲੀ ਪਿੰਡ ਆ ਬਠਿੰਡੇ ਜ਼ਿਲ੍ਹੇ ਦਾ, ਉਹਨਾਂ ਦੇ ਨਾਨਕੇ ਸੀ ਫੂਲ। ਉੱਥੋਂ ਚੱਲਦੇ ਹੋਏ ਸਰ ਕਰਦੇ ਪਹਿਲਾਂ ਉਹਨਾਂ ਨੇ ਬਰਨਾਲਾ, ਧਨੌਲੇ ਤੋਂ ਬਾਅਦ ਪਟਿਆਲੇ ਆਏ ਸਨ। ਉਹਨਾਂ ਦੀ ਅੱਜ ਵੀ ਜੋਤ ਸੁਸ਼ੋਭਿਤ ਹੈ, ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਇਹ ਧੂਆਂ ਤੇ ਜਿਹੜੀ ਜੋਤ ਹੈ, ਹਾਂ ਉਹ ਧੂਆਂ ਜਿਹੜਾ ਹੈਗਾ ਜੀ, ਉਹਦੇ 'ਚ ਢੱਕ ਦੀ ਲੱਕੜ ਬਲਦੀ ਹੈ ਸਪੈਸ਼ਲ ਤੌਰ ਤੇ, ਔਰ ਜੋਤ ਉਦੋਂ ਤੋਂ ਚੱਲ ਰਹੀ ਹੈ ਜਦੋਂ ਤੋਂ ਬਾਬਾ ਆਲਾ ਸਿੰਘ ਨੇ ਇੱਥੇ ਆ ਕੇ ਮੋੜੀ ਗੱਡੀ ਸੀ। ਲੋਕਾਂ ਦੀ ਵਿੱਚ ਇਹ ਰਾਏ ਆ ਕਿ ਜਦੋਂ ਤੱਕ ਉਹ ਧੂਆਂ ਤੇ ਉਹ ਜੋਤ ਚੱਲਦੀ ਰਹੂਗੀ, ਪਟਿਆਲੇ ਦੀ ਕੋਈ ਬਾਹ ਵੱਲ ਨਹੀਂ ਚੱਕ ਸਕਦਾ। ਤੁਹਾਨੂੰ ਯਾਦ ਹੋਣਾ 1993 ਦੇ ਵਿੱਚ ਜਦੋਂ ਹੜ੍ਹ ਵੱਡੀ ਪੱਧਰ ਤੇ ਆਏ ਸੀ ਤਾਂ ਨੱਥ ਚੂੜਾ ਵੀ ਵੱਡੀ ਨਦੀ ਦੇ ਵਿੱਚ ਕੈਪਟਨ ਸਾਹਿਬ ਤੋਂ ਦਬਾਇਆ ਗਿਆ ਸੀਗਾ ਉਸ ਵੇਲੇ ਕਰਕੇ। ਇਹ ਮਿਥਾਂ ਨਹੀਂ,
ਪੁਰਾਣੀਆਂ ਚੱਲਦੀਆਂ ਹੋਈਆਂ, ਜਿੱਥੇ ਕੈਪਟਨ ਸਾਹਿਬ ਦੇ ਪੁਰਖਿਆਂ ਦਾ ਸਾਰਾ ਕੁਝ ਹੋਵੇ, ਉਹਨਾਂ ਦੇ ਪੁਰਖਿਆਂ ਨਾਲ ਸੰਬੰਧਿਤ ਹੋਵੇ। ਉਹ ਇਹ 4.5 ਸਾਲ ਕੀ ਤੋਂ ਮਹੂਰਤ ਘਟਾਉਂਦੇ ਰਹੇ, ਹੁਣ ਤੱਕ ਤਾਂ ਮੁਕੰਮਲ ਹੋਣਾ ਚਾਹੀਦਾ ਸੀ, ਸਾਰਾ ਚੱਲਿਆ ਜਾਣਾ ਚਾਹੀਦਾ। ਤੁਸੀਂ ਠੀਕ ਕਿਹਾ ਕਿ ਇਧਰ ਵੱਲ ਵੀ ਧਿਆਨ ਨਹੀਂ ਦਿੱਤਾ। ਦੂਜਾ ਉਹਨਾਂ ਦੇ ਪੁਰਖਿਆਂ ਦਾ ਰਜਿੰਦਰਾ ਹਸਪਤਾਲ ਹੈ, 2006 ਦੇ ਵਿੱਚ ਉਹਨਾਂ ਨੇ ਟਰੋਮਾ ਕੇਅਰ ਸੈਂਟਰ ਦਾ ਨੀਂਹ ਪੱਥਰ ਰੱਖਿਆ ਸੀ, ਖੁਦ ਕੈਪਟਨ ਅਮਰਿੰਦਰ ਸਿੰਘ ਨੇ, ਔਰ ਉਹਨਾਂ ਦੇ ਪੁਰਖਿਆਂ ਦੇ ਨਾਂ ਦੇ ਉੱਤੇ ਉਹ ਹੈ। ਅੱਜ ਤੱਕ 16 ਸਾਲ ਬੀਤ ਗਏ ਨੇ, 17ਵਾਂ ਸ਼ੁਰੂ ਹੋ ਗਿਆ, ਉਹ ਅਜੇ ਤੱਕ ਟਰੋਮਾ ਕੇਅਰ ਸੈਂਟਰ ਦਾ ਕੁਝ ਨਹੀਂ ਬਣਿਆ। ਇਸ ਬਜਟ ਦੇ ਵਿੱਚ ਜ਼ਰੂਰ ਇਹਨਾਂ ਨੇ ਪੈਸੇ ਰੱਖੇ ਨੇ, ਪਹਿਲੇ 4 ਬਜਟਾਂ ਦੇ ਵਿੱਚ ਤਾਂ ਉਹਦਾ ਕੁਝ ਰੱਖਿਆ ਹੀ ਨਹੀਂ ਗਿਆ। ਜੇ ਤੁਸੀਂ ਆਪਣੇ ਪੁਰਖਿਆਂ ਦੀਆਂ ਨਿਸ਼ਾਨੀਆਂ ਤੋਂ ਮੁੱਖ ਮੋੜ ਜਾਓਗੇ ਤਾਂ ਪੰਜਾਬ ਦਾ ਤਾਂ ਰੱਬ ਰੱਖ ਹੈਗਾ। ਸੋ ਰਾਜਨੀਤਿਕ ਲੋਕ ਜਦੋਂ ਤੱਕ ਇਹਨਾਂ ਦੇ ਚੋਣ ਮਨੋਰਥ ਪੱਤਰਾਂ ਨੂੰ ਤੁਸੀਂ ਲੀਗਲ ਡਾਕੂਮੈਂਟ ਬਣਾ ਦਿਓ, ਸਾਰਾ ਕੁਝ ਲਾਈਨ ਤੇ ਚੜ੍ਹ ਜਾਏਗਾ। ਜੇ ਲੀਗਲ ਡਾਕੂਮੈਂਟ ਇਹ ਨਹੀਂ ਬਣਾਉਂਦੇ, ਉਹਦੇ 'ਚ ਪ੍ਰੋਵੀਜ਼ਨ ਹੋਵੇ ਕਿ ਆਹ ਸਾਡਾ ਚੋਣ ਮਨੋਰਥ ਪੱਤਰ ਹੈ, ਇਹਨੂੰ ਹੱਲ ਕਰਨ ਵਾਸਤੇ ਅਸੀਂ ਆ ਜਾਂ ਇਹ ਤਾਂ ਨਹੀਂ ਹੈ ਵੀ ਲੋਕਾਂ ਦੇ ਸਿਰਾਂ ਦੇ ਉੱਤੇ ਮਨਾਮੂਹੀ ਟੈਕਸ ਪਾ ਕੇ ਤੁਸੀਂ ਆਪਣਾ ਨਾਂ ਕੀ ਆ ਆਪਦੀ ਡੁਗਡੁਗੀ ਵੀ ਜਾਓ। ਇਹ ਕਿੱਥੇ ਲਿਖਿਆ ਹੋਇਆ ਹੈ? ਉਹਦਾ ਕੀ ਹੋਣਾ ਚਾਹੀਦਾ? ਹੁਣ ਆਪਾਂ ਬਿਜਲੀ ਸਮਝੌਤੇ ਦੀ ਕਿੰਨੇ ਵਾਰੀ ਗੱਲ ਕੀਤੀ ਆ, ਕਿੰਨੇ ਸੈਸ ਬਿਜਲੀ ਦੇ ਉੱਤੇ ਲਾਏ ਮੇਰੇ, ਆਹ ਕੌ ਸੈਸ ਹੈ ਜੀ, ਆਹ ਸਿੱਖਿਆ ਸੈਸ ਹੈ ਜੀ, ਆਹ ਸ਼ਰਾਬ ਸੈਸ ਹੈ ਜੀ, ਆਹ ਫਲਾਨਾ ਸੈਸ ਹੈ। ਆਪਦੀ ਫੌਜ ਘਟਾਓ, ਜਿਹੜੀ ਖਰਚੇ ਤੁਸੀਂ ਵਧਾਏ ਹੋਏ ਨੇ। ਆਹ ਪੁਲਿਸ ਦੇ ਵਿੱਚ ਜਾ ਕੇ ਦੇਖੋ, ਜਿਹੜੇ ਆ ਕਮਾਂਡੋ ਦੇ ਵਿੱਚ ਵੀ IG ਜਾਂ DGP ਲੱਗੇ ਹੋਏ ਨੇ, 15-15 ਜਿਪਸੀਆਂ ਉਹਨਾਂ ਨਾਲ ਤੁਰੀਆਂ ਫਿਰਦੀਆਂ ਨੇ। ਇਹ ਚੀਜ਼ਾਂ ਜਿਹੜੀਆਂ ਨੇ, ਇਸ ਪਾਸੇ ਵੱਲ ਕੈਪਟਨ ਸਾਹਿਬ ਨੇ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਨੂੰ ਚਾਹੀਦਾ ਸੀ ਇੱਧਰ ਧਿਆਨ ਦੇਣ। ਇਹੋ ਕਾਰਨ ਹੈ ਕਿ ਅੱਜ ਜਦੋਂ ਇਸਲਾਮ ਦੀ ਧਰਤੀ ਤੇ ਗਏ ਤਾਂ ETT, ਬਾਕੀ ਤਾਂ ਆਪਾਂ ਮੰਨ ਲਈਏ, ETT, ਆਂਗਣਵਾੜੀ ਇਹ ਤਾਂ ਚਲੋ ਕਰ ਸਕਦੇ ਆ। ਫਰੀडम ਫਾਈਟਰਾਂ ਨੇ ਵੀ ਅੱਜ ਸੁਤੰਤਰਤਾ ਸੈਲਾਨੀਆਂ ਨੇ ਉੱਥੇ ਉਹਨਾਂ ਦੇ ਪ੍ਰੋਟੈਸਟ ਕੀਤਾ। ਜੇ ਦੇਸ਼ ਦੀ ਆਜ਼ਾਦੀ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਵੀ ਤੁਹਾਡੇ ਖਿਲਾਫ ਝੰਡਾ ਚੱਕ ਕੇ ਬੈਠੇ ਨੇ, ਇਹਦਾ ਮਤਲਬ ਤੁਹਾਨੂੰ ਵਿਚਾਰਨਾ ਚਾਹੀਦਾ। ਤੁਹਾਡੀ ਸਰਕਾਰ ਚਲਾਉਣ ਦੇ ਵਿੱਚ ਕਿੱਥੇ ਖੋਟ ਹੈ, ਕਿੱਥੇ ਖੜੋਤ ਹੈ, ਕਿੱਥੇ ਇਹ ਸਾਰੇ ਕੁਝ ਦੇ ਵਿੱਚ ਤੁਸੀਂ ਖਰੇ ਨਹੀਂ ਉਤਰ ਸਕੇ। ਉਹ ਖੜੋਤ ਮੇਰੇ ਖਿਆਲ ਹਟ ਗਈ ਆ ਤੇ ਹੁਣ ਗਾਂਹ ਨੂੰ ਤੁਰਨ ਲੱਗ ਗਈ ਹੈ ਸਰਕਾਰ, ਕਿਉਂਕਿ ਬੜੇ ਚਿਰਾਂ ਬਾਅਦ ਕੱਲ੍ਹ ਜਾਂ ਪਰਸੋਂ ਕੈਪਟਨ ਅਮਰਿੰਦਰ ਸਿੰਘ ਹੋਣੀ ਸੈਕਟਰੀਏਟ ਦੇ ਵਿੱਚ ਆਏ ਨੇ ਤੇ ਉਹ ਜਾਗ ਗਏ ਨੇ ਜੀ, ਮੈਨੂੰ ਲੱਗਦਾ ਹੈ ਉੱਠ ਗਏ ਨੇ। ਹੁਣ ਗਤੀਵਿਧੀਆਂ ਦੇਖਦੇ ਆ ਕੀ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਜਿਸ ਤਰੀਕੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਵਿਧਾਇਕਾਂ ਦੇ ਨਾਲ, ਤੇ ਉਹਦੇ 'ਚ ਮੰਗ ਬੜੀ ਵੱਡੀ ਉੱਠ ਰਹੀ ਹੈ ਮੰਤਰੀ ਸਾਧੂ ਸਿੰਘ ਧਰਮਸੋਤ ਹੋਰਾਂ ਦੇ ਖਿਲਾਫ ਕਿ ਜੀ ED ਜਾਂਚ ਕਰ ਰਹੀ ਹੈ, ਫਲਾਣੀ ਏਜੰਸੀ ਜਾਂਚ ਕਰ ਰਹੀ ਹੈ, ਤਾਂ ਉਹਦੇ ਵਿੱਚ ਨਿਆਂ ਮਿਲਣਾ ਚਾਹੀਦਾ। ਰਾਜਾ ਵੜਿੰਗ ਨੇ ਵੀ ਕੱਲ੍ਹ ਆਹੀ ਗੱਲ ਕਹੀ। ਦੂਜੇ ਪਾਸੇ ਹੋਰ ਜਿੰਨੇ ਵੀ ਵਿਧਾਇਕ, ਪ੍ਰਗਟ ਸਿੰਘ ਹੋਣਾ ਨੇ ਕਹੀ ਆ, ਕਈ ਵਿਧਾਇਕਾਂ ਨੇ ਕਹੀ ਆ ਜੀ ਇਹ ਗੱਲ। ਤੇ ਉਹ ਦੋ ਪਾਸੜ ਚੀਜ਼ ਹੈ। ਕਹਿੰਦੇ ਜੀ ਸਰਕਾਰ ਨੇ ਇਨਸਾਫ ਦਿਵਾਉਣਾ ਆ, ED ਨੇ ਵੀ ਸ਼ੁਰੂ ਕਰਤਾ ਆ, ਉਹਨਾਂ ਨੇ ਮੰਗਣੀ ਸ਼ੁਰੂ ਕਰਤੀ, CBI ਨੇ ਵੀ ਜਾਂਚ ਸ਼ੁਰੂ ਕਰਤੀ। ਤੇ ਇੱਕ ਧੜਾ ਕਾਂਗਰਸ ਦਾ ਕਹਿ ਰਿਹਾ ਕਿ ਜੀ ਮਤਲਬ ਉਹਨਾਂ ਦੇ ਬਿਆਨਾਂ ਤੋਂ ਇਹ ਲੱਗਦਾ ਆ ਕਿ ਮੰਤਰੀ ਸਾਹਿਬ ਦੋਸ਼ੀ ਨੇ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹਾਲਾਂਕਿ ਉਹਨਾਂ ਨੇ ਬਾਈ ਨੇਮ ਨਹੀਂ ਕਹੀ ਇਹ ਗੱਲ, ਪਰ ਉਹਨਾਂ ਦੇ ਬਿਆਨਾਂ ਤੋਂ ਇਹ ਹੈ ਕਿ ਜਿਹੜਾ ਬੰਦਾ ਵੀ ਦੋਸ਼ੀ ਆ ਉਹਨੂੰ ਸਜ਼ਾ ਮਿਲੇ। ਪਰ ਦੂਜੇ ਪਾਸੇ ਮੰਤਰੀ ਸਾਹਿਬ ਵੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਲਾ ਧੜਾ ਵੀ, ਉਹ ਸਭ ਚੁੱਪ ਨੇ ਜੀ। ਦੇਖੋ, ਇਸ ਮਾਮਲੇ ਦੇ ਵਿੱਚ ਮੇਰਾ ਖਿਆਲ ਹੈ ਵੀ ਕੈਪਟਨ ਸਾਹਿਬ ਨੂੰ ਜੋ ਕਰਨਾ ਚਾਹੀਦਾ ਸੀ ਉਹ ਕੀਤਾ ਨਹੀਂ ਗਿਆ। ਉਹਨਾਂ ਨੇ ਇੱਕ ਮੁੱਖ ਸਕੱਤਰ ਜਿਹੜੀ ਬੀਬੀ ਬਿੰਨੀ ਮਹਾਜਨ ਨੂੰ ਕਹਿਤਾ ਵੀ ਤੁਸੀਂ ਇਹਦੀ ਜਾਂਚ ਕਰ ਦਿਓ। ਭਲਾ ਬਿੰਨੀ ਮਹਾਜਨ ਦੀ ਕੀ ਜ਼ਰੂਰਤ ਹੈ ਵੀ ਉਹ ਧਰਮਸੋਤ ਦੇ ਇੱਕ ਮੰਤਰੀ ਦੇ ਖਿਲਾਫ ਲਿਖ ਕੇ ਭੇਜ ਦੇ? ਇਹੀ ਤਾਂ ਸਮੱਸਿਆ ਪੈਦਾ ਹੋਈ ਹੈ ਕਿ ਸਾਡੇ ਜਿਹੜੇ ਅਧਿਕਾਰੀ ਨੇ ਨਾ, ਉਹ ਜਦੋਂ ਵੀ ਕੋਈ ਮੰਤਰੀ ਕਹਿੰਦਾ ਯੈਸ ਸਰ, ਯੈਸ ਸਰ, ਭਾਵੇਂ ਕੁਝ ਵੀ ਹੋਵੇ, ਕੋਈ ਸੜਕ ਬਣਾਉਣੀ ਹੈ, ਲੋਕਾਂ ਦੇ ਆਬਜੈਕਸ਼ਨ ਲਾਈਨ ਦੀ ਗੱਲ ਹੋਵੇ, ਉਹ ਨਹੀਂ ਹੁੰਦਾ। ਤੁਹਾਨੂੰ ਯਾਦ ਹੋਣਾ ਹੈ ਇਸ ਤਰ੍ਹਾਂ ਦਾ ਇੱਕ ਇਲਜ਼ਾਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਉਹਨਾਂ ਦੇ ਮੰਤਰੀ ਜਿਹੜੇ ਅਟਾਰੀ ਵਾਲੇ ਨੇਗੇ, ਉਹਨਾਂ ਦੇ ਉੱਤੇ ਲੱਗਿਆ ਸੀਗਾ। ਜਿਹੜੇ ਪਸ਼ੂ ਪਾਲਣ ਮੰਤਰੀ ਸੀ ਉਹਨਾਂ ਕੋਲ ਨਾਲ ਮਹਿਕਮਾ ਇਹ ਸਮਾਜ ਭਲਾਈ ਦਾ ਵੀ ਸੀਗਾ, ਉਹਨਾਂ ਤੋਂ ਅਸਤੀਫਾ ਲਿਆ ਗਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਦੁਬਾਰਾ ਵੀ ਉਹਦੇ 'ਤੇ ਬਣਾ ਦਿੱਤਾ ਗਿਆ ਸੀ। ਜਦੋਂ ਸਾਧੂ ਸਿੰਘ ਧਰਮਸੋਤ 'ਤੇ ਇਹ ਇਲਜ਼ਾਮ ਲੱਗੇ ਸੀ ਤਾਂ ਮੁੱਖ ਮੰਤਰੀ ਸਾਹਿਬ ਨੂੰ ਜਾਂਚ ਕਰਾਉਣ ਤੋਂ ਪਹਿਲਾਂ ਇਹਦਾ ਅਸਤੀਫਾ ਲੈਣਾ ਚਾਹੀਦਾ ਸੀ। ਅਸਤੀਫਾ ਲੈ ਕੇ ਜੇ ਜਾਂਚ ਦੇ ਵਿੱਚ ਕਲੀਅਰ ਹੋ ਜਾਂਦੇ ਤਾਂ, ਜੇ ਇਹਨਾਂ ਨੇ ਜਾਂਚ ਉਹ ਸਹੀ ਕੀਤੀ ਹੁੰਦੀ ਤਾਂ ਫਿਰ CBI ਕੋਲ ਜਾਂਚ ਕਾਹਦੇ ਵਾਸਤੇ ਜਾਂਦੀ ਹੈ, ED ਜਾਂਚ ਕਾਹਦੇ ਵਾਸਤੇ ਕਰਦੀ ਹੈ? ਇਹ ਜਿਹੜਾ ਮੁੱਦਾ ਹੈਗਾ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਮੁੱਦਾ ਬਣਨਾ ਹੈ। ਇਹਨੂੰ
ਸਹੀ ਤਰੀਕੇ ਨਾਲ ਕੈਪਟਨ ਸਾਹਿਬ ਵੱਲੋਂ ਸਾਂਭਿਆ ਨਹੀਂ ਗਿਆ। ਇਸੇ ਕਰਕੇ ਕੱਲ ਜਦੋਂ ਨਵਜੋਤ ਸਿੱਧੂ ਕੋਲੇ ਉੱਥੇ ਕਾਂਗਰਸ ਭਵਨ ਦੇ ਵਿੱਚ ਬਹੁਤ ਸਾਰੇ MLA ਨੇ, ਖਾਸ ਕਰ ਜਿਹੜੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਨੇ, ਉਹਨਾਂ ਨੇ ਜਦੋਂ ਇਹਨਾਂ ਨਾਲ ਇਹ ਸਾਰਾ ਕੁਝ ਗੱਲਬਾਤ ਕੀਤੀ, ਭਾਵੇਂ ਉਹ ਪ੍ਰਗਟ ਸਿੰਘ ਹੈ, ਭਾਵੇਂ ਰਾਜਾ ਵੜਿੰਗਾ, ਉਹ ਕਹਿੰਦੇ ਵੀ ਜੋ ਕਰਨਗੇ ਸੋ ਭਰਨਗੇ। ਜੇ ਤੇ ਸਾਧੂ ਸਿੰਘ ਧਰਮਸੋਤ ਨੂੰ ਵੀ ਇਸ ਮਾਮਲੇ ਦੇ ਵਿੱਚ ਸਪਸ਼ਟ ਕਰ ਦੇਣਾ ਚਾਹੀਦਾ, ਮਾਮਲਾ ਕਿਸੇ ਹੋਰ ਨੇ ਨਹੀਂ ਉਠਾਇਆ, ਸਾਧੂ ਸਿੰਘ ਧਰਮਸੋਤ ਦੇ ਮਹਿਕਮੇ ਦੇ ਸਕੱਤਰ ਨੇ ਉਠਾਇਆ ਕਿ ਇਹਦੇ ਵਿੱਚ ਆ ਕੁਝ ਵਾਪਰਿਆ ਹੈਗਾ। ਉਹਨੂੰ ਆਪਣੀ ਪੋਜੀਸ਼ਨ ਕਲੀਅਰ ਕਰਨੀ ਚਾਹੀਦੀ ਹੈ। ਜੇ ਤੁਸੀਂ ਕਿੰਨਾ ਕੁ ਚਿਰ ਕਿਸੇ ਚੀਜ਼ ਨੂੰ ਦਬਾਓਗੇ, ਜੇ ਤੁਸੀਂ ਦਬਾਓਗੇ ਉਹ ਤੁਹਾਡੇ ਹੱਕ 'ਚ ਨਹੀਂ ਜਾਂਦਾ, ਤੁਹਾਡੇ ਵਿਰੋਧ ਦੇ ਵਿੱਚ ਜਾਂਦਾ ਹੈਗਾ। ਇਸ ਕਰਕੇ ਜਿਹੜਾ ਸਾਨੂੰ ਸੋਚਣਾ ਚਾਹੀਦਾ ਹੈ, ਇਹਨੂੰ ਸਹੀ ਤਰੀਕੇ ਨਾਲ ਨਜਿੱਠਿਆ ਨਹੀਂ ਗਿਆ, ਹੁਣ ਦਾੜੀ ਦੂਜੇ ਦੇ ਹੱਥ 'ਚ ਫੜਾਤੀ ਹੈ। ਯਾਨੀ ਕਿ ਢਿੱਲੋਂ ਸਾਹਿਬ ਨਾਭੇ ਦੀ ਜਿਹੜੀ ਸੀਟ ਹੈ ਜਿੱਥੋਂ ਸਾਧੂ ਸਿੰਘ ਧਰਮਸੋਤ ਹੋਣੀ ਜਿੱਤੇ ਹੋਏ ਨੇ, ਸੋ ਉਹ ਸੀਟ ਦੇ ਉੱਤੇ ਜਿੰਨੇ ਤੀਜੀਆਂ ਧਿਰਾਂ ਦੇ ਕੈਂਡੀਡੇਟ ਨੇ, ਸੰਭਾਵਿਤ ਕੈਂਡੀਡੇਟ ਨੇ, ਉਹ ਮੈਨੂੰ ਲੱਗਦਾ ਆ ਖੁੱਲ੍ਹ ਕੇ ਤਿਆਰੀ ਕਰਨ ਲੱਗ ਜਾਣ। ਤੇ ਕਿਉਂਕਿ ਧਰਮਸੋਤ ਹੋਣਾ ਦਾ ਗ੍ਰਾਫ ਨਵਜੋਤ ਸਿੱਧੂ ਧੜਾ ਡਾਊਨ ਕਰਨਾ ਚਾਹ ਰਿਹਾ ਆ, ਅਮਰਿੰਦਰ ਸਿੰਘ ਹੋਣਾ ਦਾ ਧੜਾ ਕੁਝ ਬੋਲ ਨਹੀਂ ਰਿਹਾ। ਸੋ ਵਿੱਚ ਵਿਚਾਲੇ ਦੀ ਗੱਲ ਆ ਜੀ, ਇਹਨੂੰ ਸਮਾਨ ਤੇ ਸਮਝ ਆਊਗੀ ਕਿ ਕੀ ਕੁਝ ਹੋ ਰਿਹਾ ਇੱਥੇ। ਤੇ ਇਹਦੇ ਨਾਲ ਹੀ ਢਿੱਲੋਂ ਸਾਹਿਬ ਇੱਕ ਚੀਜ਼ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਨਾਲ ਅੱਜ ਵਿਧਾਨ ਸਭਾ ਦੇ ਵਿੱਚ ਮਤਾ ਪਾਤਾ ਕਿ ਅਸੀਂ ਖੇਤੀਬਾੜੀ ਬਿੱਲ ਉਹਨਾਂ ਦੇ ਵਿਰੋਧ 'ਚ ਆ ਤੇ ਕਿਸਾਨਾਂ ਦੇ ਨਾਲ ਆ, ਇਹ ਮਤਾ ਪਾਤਾ, ਇਹ ਇੰਨੀ ਦੇਰ ਬਾਅਦ ਮਤਾ ਪਾਉਣ ਦੀ ਕੀ ਜ਼ਰੂਰਤ ਸੀ ਜੀ? ਦੇਖੋ, ਜਦੋਂ ਤਕਰੀਬਨ ਜਿਹੜੀਆਂ ਭਾਜਪਾ ਵਿਰੋਧੀ ਸਰਕਾਰਾਂ ਨੇ, ਭਾਵੇਂ ਉਹ ਰਾਜਸਥਾਨ ਦੀ ਹੈ, ਕੇਰਲਾ ਹੈ, ਛੱਤੀਸਗੜ੍ਹ ਹੈ, ਉਧਰ ਤੁਸੀਂ ਲਾ ਲਓ ਮਮਤਾ ਬੈਨਰਜੀ ਵਾਲੀ ਪੱਛਮੀ ਬੰਗਾਲ, ਇਹਨਾਂ ਨੇ ਵੀ ਸਾਰਿਆਂ ਨੇ ਜਿਹੜਾ ਹੈਗਾ ਉਹ ਇਹਨਾਂ ਦੇ ਪਤਾ। ਪਹਿਲਾਂ ਇਹਨਾਂ ਨੇ ਕਾਲੇ ਕਾਨੂੰਨ ਪਾੜੇ ਸੀ। ਕੇਜਰੀਵਾਲ ਸਾਹਿਬ ਨੇ ਵਿਧਾਨ ਸਭਾ ਦਾ ਸੈਸ਼ਨ ਇੱਕ ਸਰਦੀ ਜੀ ਦੇ ਵਿੱਚ ਬੁਲਾਇਆ ਸੀ, ਉਸ ਦੇ ਵਿੱਚ ਉਹ ਖੇਤੀ ਕਾਨੂੰਨ ਪਾੜਤੇ ਸੀ, ਜਿਹਦਾ ਲੋਕਾਂ ਨੇ ਕਿਹਾ ਸੀ ਜੀ ਇਹ ਤਾਂ ਮਤਲਬ ਸ਼ਾਇਦ ਹਮਾਇਤ ਨਾ ਕਰਨੀ ਹੋਵੇ, ਦੋਗਲੀ ਨੀਤੀ ਤੇ ਚੱਲ ਰਹੇ ਨੇ। ਹੁਣ ਉਹਨਾਂ ਨੇ ਉਹਨੂੰ ਗਾਹਾਂ ਜਾਂਦਿਆਂ ਕੱਲ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ, ਕਿਉਂਕਿ ਬਹੁਮਤ ਆ ਉਹਨਾਂ ਕੋਲੇ, 2/3 ਤੋਂ ਵੀ ਵੱਧ ਬਹੁਮਤ ਹੈ, BJP ਵਾਲੇ ਹੀ ਇਹਨੇ ਮੇਰੇ ਖਿਆਲ 63 ਇਹਨਾਂ ਕੋਲ ਨੇ, ਤਾਂ ਉਹ ਤਾਂ ਮਤਲਬ 2/3 ਨਹੀਂ। ਸਭ ਇਹ ਨਹੀਂ ਲੱਗਦਾ ਕਿ ਕਿਸਾਨਾਂ ਦੀ ਤਾਕਤ ਸਮਝਾਉਣ ਲੱਗ ਗਈ ਆ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਵੀ, ਕਿ ਅੱਜ ਇਹਦਾ ਵਿਰੋਧ ਕਰਨਾ ਜ਼ਰੂਰੀ ਹੋ ਗਿਆ ਕਿ ਜਿੱਧਰ ਵੀ ਕਿਸਾਨ ਭੁਗਤਣਗੇ ਉਹੀ ਪਾਰਟੀ ਜਿੱਤੂਗੀ? ਸ਼ਾਇਦ ਇਹਨਾਂ ਨੇ ਗੱਲਾਂ ਨੇ ਜੀ, ਤੁਹਾਨੂੰ ਯਾਦ ਹੋਣਾ ਹੈ, ਕਿਸਾਨਾਂ ਦੇ ਮੰਚ ਤੇ ਉੱਤੇ ਵੀ ਉਹ ਕਿਸੇ ਨੂੰ ਚੜ੍ਹਨ ਨਹੀਂ ਦਿੱਤਾ। ਜੇ ਕੋਈ ਬੋਲ ਕੇ ਆਇਆ ਤਾਂ ਅਰਵਿੰਦ ਕੇਜਰੀਵਾਲ ਹੀ ਬੋਲ ਕੇ ਆਇਆ। ਸਿੰਘੂ ਬਾਰਡਰ ਦੇ ਉੱਤੇ ਕੁਛ ਉਹਨੇ ਉੱਥੇ ਸਹੂਲਤਾਂ ਵੀ ਪ੍ਰੋਵਾਈਡ ਕੀਤੀਆਂ ਨੇਗੀਆਂ, ਭਾਵੇਂ ਇੰਟਰਨੈਟ ਦੀ ਹੈ, ਬਿਜਲੀ ਹੈ, ਇਹ ਸਾਰੀਆਂ ਦਿੱਲੀ ਦੀ ਹਦੂਦ ਦੇ ਵਿੱਚ ਪੈਂਦੀਆਂ ਨੇ, ਉਹਦੇ ਕਰਕੇ ਵੀ। ਤੀਜਾ, ਉਹ ਦਾਅਵਾ ਕਰਦੇ ਆ ਕਿ ਜਦੋਂ ਸਾਤੋਂ ਜਿਹੜੇ ਖੇਡ ਸਟੇਡੀਅਮ ਸੀ ਓਪਨ ਜੇਲ੍ਹ ਬਣਾਉਣ ਵਾਸਤੇ ਆਗਿਆ ਮੰਗੀ ਸੀ, ਅਸੀਂ ਨਹੀਂ ਦਿੱਤੀ। ਇਸ ਕਰਕੇ ਕਿਸਾਨਾਂ ਨੂੰ ਲੱਗਿਆ ਜੇ ਉਹ ਆਗਿਆ ਦੇ ਦਿੰਦੇ ਤਾਂ ਇਹਨਾਂ ਨੇ ਸਾਰੇ ਕਿਸਾਨਾਂ ਨੂੰ ਸਟੇਡੀਅਮਾਂ ਦੇ ਵਿੱਚ ਡੱਕ ਦੇਣਾ ਸੀ। ਸੋ ਦਿੱਲੀ ਦੀ ਸਰਕਾਰ ਨੇ ਜੇ ਹੁਣ ਇਹ ਪਾਇਆ ਦਿੱਲੀ 'ਚ ਬਹਿ ਕੇ, ਹਾਲਾਂਕਿ ਉਹਨਾਂ ਕੋਲ ਪਾਵਰਾਂ ਤਾਂ ਬਹੁਤੀਆਂ ਹੈ ਨਹੀਂ, ਇਹ ਮਤਾ ਪਾ ਦਿੱਤਾ ਹੈਗਾ, ਇਹਦੀ ਕੀ ਗਰੰਟੀ ਹੈ ਕਿ ਉਹਨਾਂ ਦਾ ਲੈਫਟੀਨੈਂਟ ਗਵਰਨਰ ਇਹਨੂੰ ਰਾਸ਼ਟਰਪਤੀ ਕੋਲੇ ਭੇਜ ਦੇਗਾ ਜਾਂ ਨਹੀਂ ਭੇਜੇਗਾ? ਉਹ ਤਾਂ ਲੈਫਟੀਨੈਂਟ ਗਵਰਨਰ ਦੇ ਘਰੇ 8 ਦਿਨ ਧਰਨਾ ਦੇ ਬੈਠੇ ਰਹੇ ਉਹਦੇ ਘਰ ਦੇ ਵਿੱਚ। ਸੋ ਅਸੀਂ ਇਹਦੇ ਤੇ ਇੱਕ ਗੱਲ ਜ਼ਰੂਰ ਕਹਾਂਗੇ ਵੀ ਜੇ ਉਹਨਾਂ ਨੇ ਪਾਇਆ, ਕਿਸਾਨਾਂ ਦੇ ਹੱਕ ਦੇ ਵਿੱਚ ਡਟਣ ਦਾ ਯਤਨ ਕੀਤਾ, ਇਹਦਾ ਕਿਸਾਨ ਆਗੂਆਂ ਵੱਲੋਂ ਵੀ ਸਵਾਗਤ ਆ ਗਿਆ ਵੀ ਠੀਕ ਹੈ, ਤੁਸੀਂ ਸਾਡੇ ਇਸ ਮਾਮਲੇ ਦੇ ਵਿੱਚ ਖੜੇ ਹੋ। ਜਿਹੜੀ ਗੱਲ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਹੀ, ਰਾਜ ਸਭਾ ਦੇ ਵਿੱਚ ਕਹੀ, ਤਾਂ ਰਾਜਸੀ ਆਗੂ ਉਹਨਾਂ ਦੇ ਬਿਲਕੁਲ ਵਿਰੋਧ ਦੇ ਵਿੱਚ ਡਟੇ ਹੋਏ ਨੇ। 2 ਹਫ਼ਤੇ ਪੂਰੇ ਹੋ ਗਏ ਨੇ, ਅਜੇ ਤੱਕ ਉਹਨਾਂ ਨੇ ਨਾ ਰਾਜ ਸਭਾ ਨਾ ਲੋਕ ਸਭਾ ਦੋਹੇ ਚੱਲਣ ਨਹੀਂ ਦਿੱਤੀਆਂ। ਢਿੱਲੋਂ ਸਾਹਿਬ, ਬਰਸਾਤਾਂ ਦਾ ਕੀ ਹਾਲ ਹੈ ਜੀ? ਅੱਜ ਕੱਲ੍ਹ ਡਰੇਨੇਜ ਸਿਸਟਮ ਦਾ ਕਹਿੰਦੇ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੈ, ਪਿਛਲੇ ਕਈ ਦਹਾਕਿਆਂ ਤੋਂ ਦੇਖਦੇ ਆ ਰਹੇ ਹਾਂ ਅਸੀਂ। ਅਰਵਿੰਦਰ ਜੀ, ਇਹ ਮਾਮਲੇ ਦੇ ਵਿੱਚ ਨਾ ਇਕੱਲੇ ਇੱਕ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਨਾ ਤਾਂ ਸਰਕਾਰਾਂ ਇਹਦੇ 'ਚ ਘੱਟ ਕੀਤੀ ਹੈ, ਨਾ ਲੋਕਾਂ ਨੇ ਘੱਟ ਕੀਤੀ ਹੈ। ਜਿੰਨੀਆਂ ਜਲ ਨਿਕਾਸੀਆਂ ਸੀ ਉਹ ਸਾਰੀ ਦੀਆਂ ਸਾਰੀਆਂ ਪਰਤੀਆਂ, ਉਹਨਾਂ ਦਾ ਪਾਣੀ ਜਾਊਗਾ ਕਿੱਥੇ? ਤੁਸੀਂ ਆਪਣੇ ਸ਼ਹਿਰ 'ਚ ਦੇਖੋ ਕਿੰਨੀਆਂ ਨਿਕਾਸੀਆਂ ਸੀ, ਕੋਈ ਨਿਕਾਸੀ ਹੈਗੀ ਅੱਜ? ਜਦੋਂ ਇਹ ਫਾਈਲ 2 ਸਾਲ ਪਹਿਲਾਂ ਰੋਪੜ ਵਾਲੀ ਸਾਈਡ ਤੇ ਹੜ੍ਹ ਆਏ ਸੀ, ਉਹ ਫਾਈਲਾਂ ਉੱਥੋਂ ਵਾਲੀਆਂ ਖੁੱਲ੍ਹ ਗਈਆਂ। ਇਹ ਉਦੋਂ ਜਾ ਕੇ DC ਇੱਕ ਐਂ ਜੇ ਉਂਗਲ ਕਰਕੇ ਫੋਟੋ ਖਿਚਾਏ ਆਉਂਦੇ ਨੇ, ਉਦੋਂ ਬਾਅਦ 11 ਮਹੀਨੇ ਕੁਝ ਨਹੀਂ ਹੁੰਦਾ, ਚੁੱਪ ਕੀਤਾ ਜਾਂਦਾ। 5500 ਏਕੜ ਦਾ ਰਫ ਰਕਬਾ ਹੈਗਾ ਕਿ ਸੰਗਰੂਰ ਦੇ ਵਿੱਚ ਜਿਹੜੀ ਆ ਉਹ ਪਾਣੀ 'ਚ ਫਸਲ ਡੁੱਬ ਗਈ ਹੈ। 40 ਤੋਂ ਉੱਤੇ ਪਿੰਡ ਨੇ, ਇਹ ਸਾਰਿਆਂ ਦੇ ਵਿੱਚ ਆ 26 ਪਿੰਡ ਆਪਣੇ ਨੇ, ਜਿਹਦੇ ਵਿੱਚੋਂ ਤੁਸੀਂ ਲਾਓ ਟਾਂਗਰੀ,
ਮਾਰਕੰਡਾ ਤੇ ਤੀਜਾ ਹੈਗਾ ਘੱਗਰ। ਇਹਨੂੰ ਤਰਵੈਣੀ ਕਹਿੰਦੇ ਨੇ। 26 ਪਿੰਡ ਕਿਹੜਾ ਹੈਗਾ ਆਪਣਾ ਆ ਜਿੱਥੇ ਬੁੱਧਮੌਰ ਹੈ, ਇਹ ਸਾਰਾ ਪਾਸੇ ਵਾਲੇ ਪੰਜਾਬ ਹਰਿਆਣਾ ਦਾ ਜਿਹੜਾ ਬਾਰਡਰ ਹੈ ਉਹਦੇ ਨੇੜੇ ਜਿੰਨੇ ਪਿੰਡ ਨੇ ਜੀ ਉਹ ਰਾਮਨਗਰ ਸਮਾਣੇ ਵਾਲੀ ਸਾਈਡ ਤੋਂ ਅਸੀਂ ਲੈ ਲੈਂਦੇ ਆ, ਉੱਥੋਂ ਭਰਨੇ ਸ਼ੁਰੂ ਹੋ ਜਾਂਦੇ ਆ। ਤੇ ਇੱਧਰ ਦੇਵੀਗੜ੍ਹ ਸਾਈਡ ਤੇ ਜਿੱਥੇ ਘੱਗਰ ਦੀ ਇੱਕ ਟ੍ਰਿਬਿਊਟਰੀ ਹੈ ਟਾਂਗਰੀ ਇੱਕ ਛੋਟੀ ਜਿਹੀ ਨਦੀ ਆ, ਉਹ ਵੀ ਇਹਨਾਂ ਦਿਨਾਂ 'ਚ ਹੜ੍ਹਾਂ ਤੋਂ ਪਹਿਲਾਂ ਹੀ ਭਰ ਜਾਂਦੀ ਹੈ। ਤੇ ਹੜ੍ਹ ਆਫੀਸ਼ੀਅਲੀ ਦਫ਼ਤਰੀ ਤੌਰ ਤੇ ਹਜੇ ਐਲਾਨੇ ਨਹੀਂ ਜਾਂਦੇ, ਪਰ ਉਹਨਾਂ ਪਿੰਡਾਂ ਦੇ ਵਿੱਚ ਹੜ੍ਹਾਂ ਵਾਲੀ ਸਥਿਤੀ ਪਹਿਲਾਂ ਹੀ ਬਣ ਜਾਂਦੀ ਹੈ। ਇਹ ਹਾਲਾਤ ਪੰਜਾਬ ਹਰਿਆਣਾ ਬਾਰਡਰ ਹੈ, ਜਿੱਥੋਂ ਕਿ ਤੁਸੀਂ ਐਂਟਰ ਕਰਦੇ ਹੋ, ਚਾਹੇ ਭੇਵੇ ਵਾਲੀ ਸਾਈਡ ਤੋਂ ਕਰ ਜਾਓ ਜੀ, ਚਾਹੇ ਗੁੱਲੇ ਚੀਕੀ ਵਾਲੀ ਸਾਈਡ ਤੋਂ ਕਰ ਜਾਓ, ਤੇ ਚਾਹੇ ਇੱਧਰੋਂ ਰਾਜਪੁਰੇ ਵਾਲੀ ਸਾਈਡ ਤੋਂ ਕਰ ਲਓ। ਕਿਉਂਕਿ ਘੱਗਰ ਜਦੋਂ ਪਹਾੜਾਂ ਤੋਂ ਉਤਰਦਾ ਆ ਪੰਚਕੂਲੇ ਕੋਲੇ, ਤਾਂ ਉੱਥੇ ਇੱਕਦਮ ਮੋੜ ਆ। ਉਦੋਂ ਬਾਅਦ ਘਨੌਰ ਵਾਲਾ ਇਲਾਕਾ ਸਾਰਾ ਭਰ ਜਾਂਦਾ, ਕਿਉਂਕਿ ਘਨੌਰ ਵੀ ਨਹਿਰ ਦੇ ਨੀਚੋਂ ਦੀ ਲੰਘਦਾ ਆ ਘੱਗਰ, ਤੇ ਦੂਜੇ ਪਾਸੇ ਅੱਗੇ ਜਾ ਕੇ ਇੱਕਦਮ ਮੋੜ ਆਉਂਦਾ ਆ। ਤੇ ਉਹ ਸਾਰੀ ਚੀਜ਼ ਨੂੰ ਬ੍ਰੇਕ ਕਰਦਾ ਹੋਇਆ ਘੱਗਰ ਹਮੇਸ਼ਾ ਹਰ ਵਾਰ ਨੁਕਸਾਨ ਕਰਦਾ ਹੈ। ਤੇ ਹਰ ਵਾਰ ਵੱਡੇ ਵੱਡੇ ਐਲਾਨ ਹੁੰਦੇ ਨੇ ਕਿ ਅਸੀਂ ਇਹਨੂੰ ਘੱਗਰ ਨੂੰ ਡੂੰਘਾ ਕਰਾਂਗੇ, ਘੱਗਰ ਨੂੰ ਐਂ ਕਰਾਂਗੇ, ਵਾਹ ਕਰਾਂਗੇ। ਕਰੋੜਾਂ ਰੁਪਇਆ ਵਰਲਡ ਬੈਂਕ ਦਾ ਆਉਂਦਾ ਆ। ਮੈਨੂੰ ਅੱਜ ਵੀ ਯਾਦ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਸੀ ਕਿ ਜੀ ਜਦੋਂ ਲਹਿਰੇ ਗਾਗੇ ਵਾਲੀ ਸਾਈਡ ਤੇ ਜਾਂਦਾ ਹੈ ਜੀ, ਉਹ ਅੱਗੋਂ ਉੱਚਾ ਆ, ਉਹਨੂੰ ਅਸੀਂ ਹੋਰ ਡੂੰਘਾ ਕਰਨਾ ਆ। ਢਿੱਲੋਂ ਸਾਹਿਬ ਮੈਨੂੰ ਅੱਜ ਵੀ ਯਾਦ ਆ ਵੀ ਜੀ ਇੰਨੀ ਕਿਸ਼ਤ, ਪਹਿਲੀ ਕਿਸ਼ਤ ਆ ਗਈ ਆ ਵਰਲਡ ਬੈਂਕ ਦੀ। ਉਹ ਵਰਲਡ ਬੈਂਕ ਦੀ ਪਤਾ ਨਹੀਂ ਕਿੰਨੇ ਕਰੋੜਾਂ ਦੀ ਕਿਸ਼ਤ ਅੱਜ ਤਾਈਂ ਪਤਾ ਹੀ ਨਹੀਂ ਲੱਗਾ ਵੀ ਕਿੱਥੇ ਗਈ ਆ। ਘੱਗਰ ਫੇਰ ਮਾਰ ਕਰਦਾ ਆ। ਉਦੋਂ ਇੱਕ ਨਾਰਾ ਦਿੱਤਾ ਸੀ 1995 ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿ ਤੁਸੀਂ ਕਾਂਗਰਸ ਚੱਕ ਦਿਓ, ਅਸੀਂ ਘੱਗਰ ਦੇ ਵਲ ਵਿੰਗ ਕੱਢ ਦਿਆਂਗੇ। ਕਾਂਗਰਸ ਤਾਂ 3 ਵਾਰ ਚੱਕੀ ਗਈ, ਘੱਗਰ ਜਿਉਂਦੀ ਤਿਉਂ ਹੈ। ਅਸਲ ਮੈਂ ਤੁਹਾਨੂੰ ਦੱਸਾਂ, ਇਹਦੇ ਵਿੱਚ ਨੀਅਤ ਨਹੀਂ, ਭ੍ਰਿਸ਼ਟਾਚਾਰੀ ਹੈ। ਇਹਦਾ ਸਭ ਤੋਂ ਵਧੀਆ ਹੱਲ ਹੈ ਜਿਹੜਾ 1997 ਚ ਅਕਾਲੀ ਭਾਜਪਾ ਸਰਕਾਰ ਵੇਲੇ ਸੋਚਿਆ ਗਿਆ ਸੀ। ਜਿਵੇਂ ਹਰਿਆਣੇ ਨੇ ਇੱਕ ਕੁਸ਼ਲਿਆ ਡੈਮ ਬਣਾ ਲਿਆ ਪੰਜੌਰ ਦੇ ਕੋਲ, ਤੁਸੀਂ ਦੇਖਿਆ ਜੇ ਆਪਾਂ ਜਾਂਦੇ ਹਾਂ ਪਹਾੜ ਵੱਲ ਨੂੰ ਤਾਂ ਉਹ ਕੁਸ਼ਲਿਆ ਡੈਮ ਹੈ। ਜਿੱਥੇ ਦੀ ਗੱਲ ਤੁਸੀਂ ਕਰਦੇ ਹੋ ਵੀ ਇਹ ਜਦੋਂ ਧਰਤੀ ਤੇ ਆਉਂਦਾ ਹੈ, ਉਹ ਜਿਹੜੀ ਅਮਰਾਵਤੀ ਇਨਕਲੇਵ ਬਣਾਤੀ ਹਰਿਆਣੇ ਨੇ ਚੁਟਾਲਿਆਂ ਵੇਲੇ, ਉਹ ਘੱਗਰ ਦੇ ਕੁਦਰਤੀ ਬਹਾਅ ਦੇ ਵਿੱਚ ਹੈ। ਅਸਲ ਪੁਆੜੇ ਦੀ ਜੜ ਉੱਥੋਂ ਸ਼ੁਰੂ ਹੁੰਦੀ ਹੈ। ਅਸੀਂ ਮੁਬਾਰਕਪੁਰ ਦੇ ਕੋਲ ਬੰਨ੍ਹ ਮਾਰਨਾ ਸੀ। ਜੇ ਮੁਬਾਰਕਪੁਰ ਕੋਲੇ ਬੰਨ੍ਹ ਮਾਰਿਆ ਜਾਵੇ ਤਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚ ਇੱਕ ਦਿਨ ਵੀ ਘੱਗਰ ਦੀ ਮਾਰ ਨਹੀਂ ਪਵੇਗੀ। ਉਲਟਾ ਤੁਹਾਨੂੰ ਇਹੀ ਘੱਗਰ ਸਿੰਜਾਈ ਵਾਸਤੇ ਪਾਣੀ ਦੇਵੇਗਾ, ਨਾਲ ਬਿਜਲੀ ਵੀ ਦੇਵੇਗਾ। ਪਰ ਨੀਅਤ ਕੌਣ ਲਿਆਵੇ? ਕੈਪਟਨ ਨੀਅਤ ਆ ਨਹੀਂ ਸਕਦੀ। ਉਹਦਾ ਕਾਰਨ ਇਹ ਹੈ, ਜਦੋਂ ਪਿਛਲੀ ਵਾਰੀ ਕਾਂਗਰਸ ਦੀ ਸਰਕਾਰ ਸੀ 2007 ਦੇ ਵਿੱਚ ਜਿਹੜੀ ਸਮਾਪਤ ਹੋਈ ਹੈ, ਉਦੋਂ ਇੱਕ ਪ੍ਰੋਜੈਕਟ ਲਿਖਿਆ ਗਿਆ ਸੀਗਾ ਛੱਤਬੀੜ ਕੋਲੋਂ ਕਿ ਡਰੇਨੇਜ ਸਿਸਟਮ ਸੂਏ ਬਣਾਏ ਜਾਣੇ ਸੀਗੇ ਜੀ। ਤੇ ਜਦੋਂ ਅਕਾਲੀਆਂ ਦੀ ਸਰਕਾਰ ਵੇਲੇ ਬਾਈ ਚਾਂਸ ਮੈਨੂੰ ਪੱਤਰਕਾਰੀ ਕਰਨ ਦੇ ਮੌਕੇ ਜਦੋਂ ਮੈਂ ਉੱਥੇ ਗਿਆ ਤਾਂ ਮੈਂ ਦੇਖਿਆ ਕਿ ਘੱਗਰ ਦੇ ਵਿਚਾਲੇ ਮਸ਼ੀਨਾਂ ਖੜੀਆਂ। ਮੈਂ ਪਿੰਡ ਵਾਲਿਆਂ ਨੂੰ ਪੁੱਛਿਆ, ਛੱਤ ਵਾਲਿਆਂ ਨੂੰ, ਕਿ ਕਿੱਦਾਂ ਆ ਇਹ? ਕਹਿੰਦੇ ਜੀ ਠੇਕੇਦਾਰ ਭੱਜ ਗਿਆ। ਮੈਂ ਕਰਨਾ ਕੀ ਸੀ ਇਹਨੇ? ਕਹਿੰਦੇ ਜੀ ਇਹਨੇ ਸੂਏ ਬਣਾਉਣੇ ਸੀ, ਸਾਰੇ ਪਿੰਡਾਂ ਨੂੰ ਇਹਨੇ ਪਾਣੀ ਦੇਣਾ ਸੀ ਸਿੰਜਾਈ ਲਈ। ਤੇ ਉਹ ਪ੍ਰੋਜੈਕਟ ਵਿੱਚੇ ਖੜ ਗਿਆ ਕਿਉਂਕਿ ਠੇਕੇਦਾਰ ਦੀ ਪੇਮੈਂਟ ਨਹੀਂ, ਉਹ ਠੇਕੇਦਾਰ ਮਸ਼ੀਨਾਂ ਵੀ ਨਹੀਂ ਆਪਦੀਆਂ ਚੱਕ ਕੇ ਲੈ ਗਿਆ ਜੀ। ਮੈਂ ਤੁਹਾਨੂੰ ਉਸੇ ਗੱਲ ਦੀ ਗੱਲ ਕਰਦਾ, ਜੇ ਅੱਜ ਵੀ ਮੁਬਾਰਕਪੁਰ ਡੇਰਾਬੱਸੀ ਦੇ ਕੋਲੇ ਕੁਸ਼ਲਿਆ ਡੈਮ ਵਾਂਗ ਇੱਕ ਡੈਮ ਬਣ ਜਾਵੇ ਤਾਂ ਇੱਥੋਂ ਲੈ ਕੇ ਖਨੌਰੀ ਦੇ ਅਖੀਰ, ਅੱਗੇ ਸੰਗਰੂਰ ਦੇ ਪਿੰਡ, ਅੱਗੇ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਤੱਕ ਸਿੰਜਾਈ ਵਰਤੀ ਜਾ ਸਕਦੀ ਹੈ। ਨਾਲੇ ਘੱਟੋ ਘੱਟ ਵੀ 50-60 ਮੈਗਾਵਾਟ ਬਿਜਲੀ ਪੈਦਾ ਹੋ ਜੇ। 3-4 ਚੀਜ਼ਾਂ ਨੇ। ਫਿਰ ਕੈਪਟਨ ਕਮਲਜੀਤ ਸਿੰਘ ਨੇ ਇੱਕ ਹੋਰ ਪ੍ਰੋਜੈਕਟ ਬਣਵਾਇਆ ਜਿਹੜਾ ਆਨੰਦਪੁਰ ਸਾਹਿਬ ਤੋਂ ਜਾਣੀ ਸੀ ਦਸਮੇਸ਼ ਕੈਨਾਲ, ਦਸਮੇਸ਼ ਨਹਿਰ, ਉਹ ਵੀ ਘੱਟੇ ਕੌਡੀਆਂ ਦੇ ਵਿੱਚ ਰੁਲ ਗਈ। ਸੋ ਇੱਕ ਗੱਲ ਬੜੀ ਵਧੀਆ ਕੀਤੀ ਸੀ ਜਦੋਂ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਸੀ। ਤੁਸੀਂ ਦੇਖੋ ਬਜਟ ਦਾ ਨਵਾਂ ਹੁੰਦਾ 1 ਅਪ੍ਰੈਲ ਨੂੰ, ਮਈ ਦੇ ਵਿੱਚ ਇਹਨਾਂ ਕੋਲੇ ਬਜਟ ਹੁੰਦਾ, ਇਹ ਜੂਨ 'ਚ ਮਾੜਾ ਮੋਟਾ ਕਰਦੇ ਆ ਤੇ ਜੁਲਾਈ 'ਚ ਬਰਸਾਤ ਆ ਜਾਂਦੀ, ਸਾਰਾ ਕੁਝ। ਉਹ ਫਿਰ ਐ ਹੋ ਜਾਂਦਾ ਜੀ ਵੀ ਬਰਸਾਤ ਤੋਂ ਪਹਿਲਾਂ ਸਫਾਈ ਕੀਤੀ ਸੀ ਜੀ, ਮੁੜ ਕੇ ਹੜ੍ਹ ਆ ਗਿਆ ਜੀ, ਤੇ ਉਹ ਸਾਰਾ ਪੈਸਾ ਸਫਾਈ ਤਾਂ ਬਰਸਾਤ ਹੀ ਕਰ ਦਿੰਦੀ ਹੈ। ਅਰਵਿੰਦਰ ਜੀ ਇਹਦੇ ਵਿੱਚ ਤੁਸੀਂ ਅੱਜ ਵੀ ਪੁਰਾਣਾ ਸਿਸਟਮ ਸ਼ੁਰੂ ਕਰ ਦਿਓ ਜੀ। ਜਦੋਂ ਸਰਦਾਰ ਹਰਿੰਦਰ ਸਿੰਘ ਚਾਹਲ SSP ਫਰੀਦਕੋਟ ਸੀ, ਹੁਸਨ ਲਾਲ DC ਹੁੰਦੇ ਸੀ, ਉੱਥੇ ਇੱਕ ਤਕਰੀਬਨ 18 ਕਿਲੋਮੀਟਰ ਲੰਬੀ ਕੱਸੀ ਬਣਾਈ ਹੈ ਜੀ। ਇਹ ਬਣਾਈ ਸੀ 2003 'ਚ। ਉਹ ਕੱਸੀ ਅੱਜ ਵੀ 18 ਸਾਲਾਂ ਬਾਅਦ ਜਿਉਂਦੀ ਤਿਉਂ ਕਿਵੇਂ ਬਣਾਈ ਸੀ? ਉਹਨਾਂ 'ਚ ਲੋਕਾਂ ਨੂੰ ਪਾਰਟਿਸਿਪੇਟ ਕੀਤਾ ਸੀ ਵੀ ਤੇਲ ਪ੍ਰਸ਼ਾਸਨ ਦੇਊਗਾ, ਜਿਹੜਾ ਕੋਈ ਬੰਦਿਆਂ 'ਚ ਤੇਲ ਮਾੜਾ ਮੋਟਾ ਪਾਉਣਾ ਹੈ ਉਹ ਵੀ ਪ੍ਰਸ਼ਾਸਨ ਦੇਊਗਾ, ਤੇ ਲੋਕ ਲੱਗੇ ਸੀ ਟਰੈਕਟਰ ਆਪਦੇ ਲੈ ਕੇ। ਇੱਕ ਤਾਂ ਉੱਥੇ ਕੀਤਾ ਸੀ, ਇੱਕ ਮਲੇਰਕੋਟਲੇ ਤੋਂ ਲੈ ਕੇ ਖਨੌਰੀ ਤੱਕ ਜਿਹੜਾ ਡਰੇਨ ਜਾਂਦਾ ਸੰਗਰੂਰ ਤੋਂ ਪਹਿਲਾਂ,
ਇਹਦੀ ਸਫਾਈ ਹੋਈ ਸੀ। ਨਾ ਇਹਦੀ ਸਫਾਈ ਉਦੋਂ ਪਹਿਲਾਂ ਹੋਈ ਹੈ, ਨਾ ਇਹਦੀ ਸਫਾਈ ਉਦੋਂ ਬਾਅਦ 'ਚ ਹੋਈ ਹੈ। ਹਾਲਾਂਕਿ ਲੋਕ ਨਿਰਮਾਣ ਦਾ ਮੰਤਰੀ ਜਿਹੜਾ ਹੈਗਾ ਉਸੇ ਜ਼ਿਲ੍ਹੇ ਨਾਲ ਸੰਬੰਧਿਤ ਹੈ, ਉਹ ਲੋਕਾਂ ਨੂੰ ਵਿੱਚ ਸ਼ਮੂਲੀਅਤ ਕਰਕੇ ਕੀਤਾ ਗਿਆ ਸੀ। ਤੁਸੀਂ ਅੱਜ ਵੀ ਲੋਕਾਂ ਨੂੰ ਸ਼ਮੂਲੀਅਤ ਕਰ ਦਿਓ, ਜਿਹੜੀ ਕੱਸੀ ਸੂਆ ਉਹ ਬਣਾ ਦੇਣਗੇ, ਜੇ ਉਹ 20 ਸਾਲ ਟੁੱਟ ਗਿਆ ਤਾਂ ਮੈਨੂੰ ਨੀਵੇਂ ਥਾਂ ਬਿਠਾਲ ਦਿਓ। ਸੋ ਜਨਮੇਜਾ ਸਿੰਘ ਸੇਖੋਂ ਹੋਰਾਂ ਨੇ ਜਿਹੜੀ ਗੱਲ ਕੀਤੀ ਸੀ, ਜਨਮੇਜਾ ਸਿੰਘ ਸੇਖੋਂ ਨੇ ਕਿਹਾ ਸੀ ਕਿ ਇਹਨੂੰ ਛੱਡੋ, ਅਸੀਂ ਨਦੀਆਂ ਨਾਲਿਆਂ ਦੀ ਸਫਾਈ ਅਕਤੂਬਰ ਆਉਣ ਵੱਢ ਕਰਿਆ ਕਰਾਂਗੇ, ਵੀ ਤਾਂ ਕਿ ਜੇ ਉਹ ਕੰਮ ਕਰਦੀ ਹੈ 2-4 ਸਾਲ ਚੱਲ ਤਾਂ ਜਾਣ। ਹੁਣ ਇਹ ਸਾਰੇ ਦਾ ਸਾਰਾ ਜਿੰਨੇ ਫੰਡ ਕਦੋਂ ਜਾਰੀ ਹੁੰਦੇ ਨੇ? ਮਈ 'ਚ ਜੀ, ਤੇ ਜੂਨ ਦੇ ਵਿੱਚ ਬਰਸਾਤਾਂ ਆ ਜਾਂਦੀਆਂ, ਜੁਲਾਈ 'ਚ ਉਹਦਾ ਜਿਉਂ ਦੀ ਤਿਉਂ, ਨਾ ਰਿਹਾ ਬਾਂਸ ਨਾ ਵੱਜੇਗੀ ਬੰਸਰੀ। ਸੋ ਜਦੋਂ ਤੱਕ ਇਹ ਭ੍ਰਿਸ਼ਟਾਚਾਰ ਇਹਨਾਂ 'ਚੋਂ, ਹੁਣ ਤੁਸੀਂ ਇੱਕ ਛੋਟੀ ਜਿਹੀ ਗੱਲ ਹੋਰ ਤੁਸੀਂ ਵੀ ਕਵਰ ਕੀਤੀ ਹੈ, ਖਨੌਰੀ ਤੋਂ ਪਾਤਰਾਂ ਵਾਲੇ ਪਾਸੇ 32 ਦਰ ਹੈ, ਉੱਥੇ ਇੱਕ 455 RD ਸੈਫਨ ਹੈ, ਉਹਦੀ ਕਪੈਸਿਟੀ 10,000 ਕਿਊਸਕ ਸੀ, ਉਹਨੂੰ 25,000 ਕਿਊਸਕ ਕਰਨ ਤੇ 55 ਕਰੋੜ ਰੁਪਇਆ ਖਰਚਤਾ। 1 ਕਿਲੋਮੀਟਰ ਘੱਗਰ ਨੂੰ ਪਿੱਛੇ ਨਹੀਂ ਲਿਆਂਦਾ ਤਾਂ ਕਿ ਉਹ ਗੁਰੂ ਨਾਨਕਪੁਰਾ, ਕਾਂਗਥਲਾ, ਚਿੱਚੜ ਵਾਲੇ ਸਾਰੇ ਪਿੰਡਾਂ ਦਾ ਕਦੇ ਵੀ ਨਹੀਂ। ਉੱਥੇ ਰਾਤ ਨੂੰ DC ਪਟਿਆਲਾ ਤੇ DC ਸੰਗਰੂਰ ਦੇ ਵਿੱਚ ਸਾਹਮਣੀਆਂ ਲੜਾਈਆਂ ਹੁੰਦੀਆਂ ਨੇ। ਜੋ 32 ਦਰਾ ਜਿਹਦੀ 50,000 ਕਿਊਸਕ ਕਪੈਸਿਟੀ ਹੈ, ਤੁਸੀਂ ਉੱਥੇ ਲਿਆ ਕੇ ਇਹਨੂੰ ਘੱਗਰ ਨੂੰ ਪਾ ਦਿਓ ਤੇ ਇਹਨਾਂ ਤੇ ਕਦੇ ਆਉਣਾ ਹੀ ਨਹੀਂ। ਇੱਕ ਹੋਰ, ਜਦੋਂ ਉਹਦਾ ਹਰਿਆਣਾ SPL ਦਾ ਪਾਣੀ ਮੰਗਦਾ ਹੈ, ਆ ਜੂਨ ਤੋਂ ਬਾਅਦ SPL ਦੇ ਫੱਟੇ ਬੰਦ ਕੀਤੇ ਬਿਨਾਂ ਇਹਦੇ ਸਰਾਲੇ ਕੋਲੇ ਦੇਖੋ ਜਾ ਕੇ। ਇੱਕ ਜਿਹੜੀ ਬੀਬੀਪੁਰ ਝੀਲ ਹੈ, ਜਿਹੜੀ ਸਮਾਣੇ ਤੋਂ ਉਤਲੇ ਪਾਸੇ ਨੂੰ ਜਾ ਕੇ, ਉਹ ਕੁਛ ਏਰੀਆ ਹਰਿਆਣੇ 'ਚ ਪੈਂਦਾ। ਬੀਬੀਪੁਰ 'ਚ ਲੇਕ ਜਦੋਂ ਪਾਣੀ ਭਰ ਜਾਂਦਾ ਹੈਗਾ, ਇੱਧਰੋਂ ਤਾਂ ਘੱਗਰ ਦੇ ਮਾਰ ਪਾਤੀ, ਉੱਧਰੋਂ ਬੀਬੀਪੁਰ ਝਾਲ ਦੇ ਪੱਟੇ ਚੱਕ ਦਿੰਦੇ ਨੇ, ਉਹ ਵੀ ਜਾ ਕੇ ਜਿਹੜਾ ਹੈਗਾ ਖਨੌਰੀ ਦੇ ਕੋਲ ਵੱਡੇ ਪੱਧਰ ਤੇ ਨੁਕਸਾਨ ਕਰਦਾ। ਇਹਨਾਂ ਚੀਜ਼ਾਂ ਨੂੰ ਆਪਸ ਵਿੱਚ ਤੇ ਕੀਤਾ ਕਿਉਂ ਨਹੀਂ ਜਾਂਦਾ? ਮੈਂ ਇੱਕ ਵਾਰੀ ਬਾਦਲ ਸਾਹਿਬ ਨੂੰ ਸਵਾਲ ਪੁੱਛ ਲਿਆ, ਮੈਂ ਕਿਹਾ ਜੀ ਹੁਣ ਤਾਂ ਕੇਂਦਰ ਦੇ ਵਿੱਚ ਵੀ ਸਰਕਾਰ ਤੁਹਾਡੇ ਭਾਈਵਾਲਾਂ ਦੀ ਹੈ, ਹਰਿਆਣੇ 'ਚ ਵੀ ਭਾਰਤੀ ਜਨਤਾ ਪਾਰਟੀ ਦੀ ਹੈ, ਪੰਜਾਬ 'ਚ ਵੀ ਤੁਸੀਂ ਹੋ। ਹੁਣ ਪੰਜਾਬੀ ਬੋਲਦੇ ਇਲਾਕੇ ਤੇ ਜਿਹੜੇ ਅੰਤਰਰਾਜੀ ਮਸਲੇ ਨੇ, ਭਾਵੇਂ SPL ਦੇ ਹੀ ਕਿਉਂ ਨਾ ਹੋਵੇ, ਇਹ ਕਰ ਲਓ ਹੱਲ ਜੀ। ਕੋਈ ਜਵਾਬ ਨਹੀਂ। ਸੋ ਜਦੋਂ ਤੱਕ ਅਸੀਂ ਗੰਭੀਰਤਾ ਨਾਲ ਇਹਨਾਂ ਨੂੰ ਨਹੀਂ ਲਵਾਂਗੇ, ਘੱਗਰ ਦਾ ਪ੍ਰੋਜੈਕਟ ਅਸੀਂ ਬਣਾ ਦਿੰਦੇ ਹਾਂ, ਉੱਥੇ ਬੰਨ ਬਰਵਾ ਦਿੰਦੇ ਹਾਂ। ਜੇ ਦੁਬਾਰਾ ਆ ਜੇ, ਗੱਲ ਤਾਂ ਇਹ ਆ ਵੀ ਘੱਗਰ ਦੇ ਨਾਂ ਦੇ ਉੱਤੇ ਜਿਹੜਾ ਹੁਣ ਤੱਕ ਮੁਆਵਜ਼ਾ ਦਿੱਤਾ ਜਾ ਚੁੱਕਿਆ, ਉਸ ਦੇ 100ਵੇਂ ਹਿੱਸੇ 'ਚ ਘੱਗਰ ਦੀ ਸਮੱਸਿਆ ਹੱਲ ਹੋ ਜਾਂਦੀ। ਬਿਲਕੁਲ ਢਿੱਲੋਂ ਸਾਹਿਬ, ਬਹੁਤ ਵਧੀਆ ਸੁਝਾਅ ਨੇ ਜੀ, ਕਈ ਸਰਕਾਰਾਂ ਨੂੰ ਦਿੱਤੇ ਨੇ। ਜਦੋਂ ਹੜ੍ਹਾਂ ਦੀ ਕਵਰੇਜ ਕਿਤੇ ਫੀਲਡ 'ਚ ਕਰਨ ਚਾਹੀਦੀ ਆ ਤਾਂ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਹਰਿਆਣਾ ਤੇ ਪੰਜਾਬ ਦੇ ਵਿੱਚ ਪਾੜਾ ਵਧਾਉਣ ਲਈ ਜਿੱਦਾਂ ਪੰਜਾਬ ਦੇ ਕਿਸਾਨ, ਪਿੰਡਾਂ ਵਾਲੇ ਲੋਕ ਤੋੜ ਦਿੰਦੇ ਨੇ ਇਹਨਾਂ ਦੇ ਜਿਹੜੇ ਬੰਨ੍ਹ ਬਣਾਏ ਹੁੰਦੇ ਨੇ। ਇੱਕ ਹਾਂਸੀ ਬਟਾਣਾ ਨਹਿਰ ਬਣਦੀ ਸੀਗੀ, ਉਹਨੂੰ ਵੀ ਤੋੜਿਆ ਗਿਆ ਸੀਗਾ ਸਮਾਣੇ ਦੇ ਕੋਲੇ, ਰਾਮਨਗਰ ਕੋਲੇ। ਤੇ ਇਹ ਲੜਾਈ ਪਾੜਾ ਵਧਾਉਣ ਦੀ ਜੜ ਸਿਰਫ ਰਾਜਨੀਤਿਕ ਲੋਕ ਨੇ, ਔਰ ਰਾਜਨੀਤਿਕ ਲੋਕਾਂ ਦਾ ਲਾਲਚ ਸਭ ਤੋਂ ਵੱਡੀ ਭੈੜੀ ਬਿਮਾਰੀ ਆ ਕਿ ਲਾਲ ਫੀਤੇਸ਼ਾਹੀ ਜਿਹਨੂੰ ਅਸੀਂ ਕਹਿ ਦਿੰਦੇ ਆ, ਤੇ ਕਰਪਸ਼ਨ ਜਿਹੜੀ ਆ, ਰਿਸ਼ਵਤਖੋਰੀ ਆ ਜਾਂ ਫੰਡ ਖਾਣੇ, ਜੇ ਚੀਜ਼ਾਂ ਬੰਦ ਹੋ ਜਾਣ ਤਾਂ ਪੰਜਾਬ ਅੱਜ ਦੁਬਾਰੇ ਸੋਨੇ ਦੀ ਚਿੜੀ ਬਣ ਜੇ। ਸੋ ਢਿੱਲੋਂ ਸਾਹਿਬ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ, ਅੱਜ ਤੁਹਾਡੇ ਤੋਂ ਇਜਾਜ਼ਤ ਲੈਂਦੇ ਆ। ਅਗਲੇ ਹਫਤੇ ਫੇਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ। ਧੰਨਵਾਦ ਜੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।